ਕਾਲ ਸਾਡਾ ਟੀਵੀ ਯੂਐਸਏ ਵੇਖ ਰਹੇ ਹੋ। ਜਦੋਂ ਕਿਸਾਨੀ ਸੰਘਰਸ਼ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਹਾਂ ਅਸੀਂ ਤੇ ਸਿਰਫ ਜਿਹੜੀ ਗੱਲ ਹੈ ਕਿਸਾਨੀ ਤੇ ਮਜ਼ਦੂਰੀ ਦੀ ਗੱਲ ਕਰਦੇ ਹਾਂ, ਪਰ ਜਿਹੜੇ ਬੀਜੇਪੀ ਸਰਕਾਰ ਹੈ ਸੈਂਟਰ ਦੀ, ਜਿਹੜੀ ਅੱਜ ਦੀ ਹਾਲਾਤ ਨੇ, ਜਿਹੜੇ ਦੇਸ਼ ਦੇ ਹਾਲਾਤ ਨੇ ਬੀਜੇਪੀ ਸਰਕਾਰ ਦੇ ਕਰਕੇ, ਉਹ ਸਾਰੇ ਦੇਸ਼ ਦੇ ਤਕਰੀਬਨ ਮਾੜੇ ਨੇ। ਇਸ ਦੇ ਵਿੱਚ ਹੀ ਇੱਕ ਵੱਡੀ ਜਿਹੜੀ ਤਬਦੀਲੀ ਆਈ ਹੈ ਟਰਾਂਸਪੋਰਟੇਸ਼ਨ ਦੇ ਵਿੱਚ ਆਈ ਹੈ। ਟਰਾਂਸਪੋਰਟ ਵੀਰਾਂ ਨੂੰ ਇਸ ਬਿੱਲਾਂ ਦੇ ਕਰਕੇ ਜਾਂ ਫਿਰ ਬੀਜੇਪੀ ਸਰਕਾਰ ਦੇ ਕਰਕੇ ਕੀ ਔਕੜਾਂ ਝੱਲਣੀਆਂ ਪੈ ਰਹੀਆਂ। ਸਾਡੇ ਨਾਲ ਕੁਝ ਟਰਾਂਸਪੋਰਟਰ ਵੀਰ, ਟਰੱਕ ਵਾਲੇ ਵੀਰ ਮੌਜੂਦ ਨੇ, ਉਹਨਾਂ ਨਾਲ ਗੱਲਾਂ ਬਾਤਾਂ ਕਰਾਂਗੇ ਅਤੇ ਜਾਣਾਂਗੇ ਕਿ ਉਹਨਾਂ ਨੂੰ ਕੀ ਔਕੜਾਂ ਜਿਹੜੀਆਂ ਉਹਨਾਂ ਦੇ ਸਾਹਮਣੇ ਆਉਂਦੀਆਂ ਨੇ ਜਦੋਂ ਉਹ ਇੱਕ ਟਰੱਕ ਲੈਂਦੇ ਨੇ, ਫਿਰ ਉਹਨੂੰ ਚਲਾਉਂਦੇ ਨੇ, ਪੁਲਿਸ ਵੱਲੋਂ ਕਿੰਨਾ ਕੁ ਉਹਨਾਂ ਨੂੰ ਤੰਗ ਕੀਤਾ ਜਾਂਦਾ। ਸੋ ਇਹ ਸਾਰੀਆਂ ਗੱਲਾਂ ਬਾਤਾਂ ਜੋ ਉਹਨਾਂ ਵੀਰਾਂ ਦੇ ਨਾਲ ਆਪਾਂ ਕਰਾਂਗੇ। ਦੋਸਤੋ ਵੀਰ ਹੋਣੀ ਮੌਜੂਦ ਨੇ ਸਾਡੇ ਨਾਲ। ਇਹਨਾਂ ਤੋਂ ਪਹਿਲਾਂ ਸਵਾਲ ਜਿਹੜਾ ਆਪਾਂ ਲਵਾਂਗੇ, ਉਸ ਤੋਂ ਪਹਿਲਾਂ ਬਈ ਸਵਾਗਤ ਹੈ ਤੁਹਾਡਾ ਸਾਡੇ ਟੀਵੀ ਯੂਐਸ ਦੇ ਉੱਤੇ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਬਈ ਲੋਕਡਾਊਨ ਲੱਗਿਆ, ਉਹਦੇ ਵਿੱਚ ਸਾਰੀਆਂ ਚੀਜ਼ਾਂ ਬੰਦ ਰਹੀਆਂ, ਪਰ ਜਿਹੜੇ ਟਰੱਕ ਨੇ ਉਹ ਸਰਕਾਰ ਨੇ ਛੂਟ ਦਿੱਤੀ ਕਿ ਟਰੱਕ ਚੱਲ ਸਕਦੇ ਆ। ਇੱਥੋਂ ਤੱਕ ਕਿ ਰੇਲ ਗੱਡੀਆਂ ਸੀ ਜਿਹੜੀਆਂ ਉਹ ਵੀ ਬੰਦ ਸੀ। ਕਿਵੇਂ ਮੰਨਦੇ ਹੋ, ਕਿੰਨਾ ਕੁ ਜਿਹੜਾ ਤੁਹਾਡਾ ਯੋਗਦਾਨ ਹੈ ਇਸ ਦੇਸ਼ ਨੂੰ ਚਲਾਉਣ ਦੇ ਵਿੱਚ? ਕਿਉਂਕਿ ਜਦੋਂ ਇੱਕ ਸਮਾਨ ਦੂਜੇ ਥਾਂ 'ਤੇ ਲੈ ਕੇ ਜਾਣਾ ਹੁੰਦਾ ਤਾਂ ਟਰਾਂਸਪੋਰਟੇਸ਼ਨ ਦੀ ਲੋੜ ਪੈਂਦੀ ਹੈ। ਜੇ ਉਹ ਟਰਾਂਸਪੋਰਟੇਸ਼ਨ 'ਤੇ ਅਸੀਂ ਅੱਜ ਬਿਹਤਰ ਨਾ ਹੋਵੇ ਤਾਂ ਉਹ ਦੇਸ਼ ਦਾ ਹਾਲਾਤ ਆ ਮਾੜੇ ਹੋ ਜਾਂਦੇ ਆ। ਕਿੰਨਾ ਕੁ ਯੋਗਦਾਨ ਤੁਸੀਂ ਆਪ ਦਾ ਮੰਨਦੇ ਹੋ? ਬਾਈ ਜੀ, ਯੋਗਦਾਨ ਦੀ ਗੱਲ ਹੈ ਵੀ ਯੋਗਦਾਨ ਤਾਂ ਟਰਾਂਸਪੋਰਟੇਸ਼ਨ ਦਾ ਦੇਸ਼ ਦੇ ਵਿੱਚ ਬਹੁਤ ਹੀ ਹੈ, ਠੀਕ ਹੈ। ਦੂਜੀ ਗੱਲ, ਜਿੱਥੋਂ ਤੱਕ ਕਿ ਆਪਣੇ ਦੇਸ਼ ਦੀ ਹਾਲਾਤ ਜੇ ਹੈਗੇ ਆ ਸਰਕਾਰਾਂ ਦੇ, ਤੁਸੀਂ ਦੇਖੀ ਜਾਂਦੇ ਹੋ ਮਾੜੀਆਂ ਨੀਤੀਆਂ ਕਰਕੇ, ਜਿਵੇਂ ਕਿ DTO RTO ਲਾ ਲਓ, ਪੁਲਿਸ ਲਾ ਲਓ, ਕੋਈ ਵੀ ਲਾ ਲਓ। ਡੀਜ਼ਲ ਦਾ ਦੇਖ ਲਓ ਤੁਸੀਂ ਅੱਜ ਹਾਲਾਤ ਕੀ ਹੈ। ਇਹੀ BJP ਸਰਕਾਰ ਵਾਲੇ ਪਹਿਲਾਂ ਕਹਿੰਦੇ ਹੁੰਦੇ ਸੀਗੇ ਮਨਮੋਹਨ ਸਿੰਘ ਵੇਲੇ, ਕੱਚੇ ਤੇਲ ਦੀਆਂ ਕੀਮਤਾਂ ਵੀ ਉਦੋਂ ਆਪਾਂ ਨੂੰ ਪਤਾ ਵੀ ਅੱਪ ਸੀਗੀਆਂ, ਵੀ ਅਬ ਬਹੁਤ ਹੋਈ ਮਹਿੰਗਾਈ ਕੀ ਮਾਰ। ਅਬ ਹੁਣ ਇਹਨਾਂ ਨੂੰ ਉਹ ਦਿਖ ਨਹੀਂ ਰਿਹਾ। ਡੀਜ਼ਲ ਦੇ ਰੇਟ ਵੀ ਆਪਾਂ ਨੂੰ ਸਾਰਿਆਂ ਨੂੰ ਹੀ ਪਤਾ ਵੀ ਕਿੱਥੋਂ ਤੱਕ ਪਹੁੰਚੇ ਹੋਏ ਆ। ਅਤੇ ਯੋਗਦਾਨ ਦਾ ਤਾਂ ਬਾਈ ਜੀ, ਜੇ ਆਪਾਂ ਮੰਨ ਲਓ ਵੀ ਟਰਾਂਸਪੋਰਟ ਇੱਕ ਵਾਰੀ ਰੁਕ ਜੂਗੀ ਤਾਂ ਸਾਰੇ ਦੇਸ਼ ਦਾ ਕੰਮ ਹੀ ਠੱਪ ਹੋ ਜਾਊਗਾ। ਯੋਗਦਾਨ ਦਾ ਤਾਂ ਇਹ ਤਾਂ ਕਰੋਨਾ ਕਾਲ ਜਦੋਂ ਚੱਲਿਆ, ਜਦੋਂ ਸਾਰੇ ਥਾਂ 'ਤੇ ਲੋਕਡਾਊਨ ਰਿਹਾ, ਤੁਹਾਨੂੰ ਕਿੰਨੀ ਕੁ ਦਿੱਕਤ ਆਈ ਇੱਕ ਸਮਾਨ ਨੂੰ ਦੂਜੇ ਥਾਂ 'ਤੇ ਲੈ ਕੇ ਜਾਣ ਵਾਸਤੇ? ਪੁਲਿਸ ਵੱਲੋਂ ਕਿੰਨਾ ਕੁ ਜਿਹੜਾ ਪਰੇਸ਼ਾਨ ਕੀਤਾ ਗਿਆ? ਬਾਈ ਜੀ, ਪੁਲਿਸ ਵੱਲੋਂ ਹੀ ਬਹੁਤ ਪਰੇਸ਼ਾਨ ਕੀਤਾ ਗਿਆ। ਦੂਜਾ, ਬਾਰਡਰਾਂ ਦੇ ਉੱਤੇ ਇਹਨਾਂ ਨੇ ਨਾਕੇ ਲਾਤੇ। 24 ਘੰਟੇ ਇੱਕ ਬਾਰਡਰ ਤੋਂ ਗੱਡੀ ਪਾਸ ਨਹੀਂ ਹੁੰਦੀ ਸੀ। ਜਿਵੇਂ ਕਿ ਮੰਨ ਲਓ ਤੁਸੀਂ, ਅਸੀਂ ਜੰਮੂ ਕਣਕ ਲੈ ਕੇ ਜਾਂਦੇ ਹੁੰਦੇ ਸੀਗੇ, 24 ਘੰਟੇ 2 5 6 ਕਿਲੋਮੀਟਰ ਦੀ ਲਾਈਨ ਲੱਗ ਜਾਂਦੀ ਸੀ। ਬਹੁਤ ਮਤਲਬ ਕੋਈ ਉੱਥੇ ਰੋਟੀ ਦਾ ਪ੍ਰਬੰਧ ਨਹੀਂ ਸੀ, ਕੁਛ ਨਹੀਂ ਸੀ। ਦੁਖੀ ਵੀ ਹੋਈ ਜਾਂਦੇ ਸੀ, ਜਾਂਦੇ ਵੀ ਆਪਾਂ ਅਨਾਜ ਲੈ ਕੇ ਸੀ। ਕਿਸੇ ਵੀ ਪ੍ਰਕਾਰ ਦੀਆਂ ਗੱਡੀਆਂ ਸੀ, ਮੰਨ ਲਓ ਕੋਈ ਵੀ ਜੇ ਮਾਲ ਸੀਗਾ ਉੱਥੇ ਕੋਈ ਪਰੇਸ਼ਾਨੀ ਸੀ, ਕੋਈ ਵਧੀਆ ਗੱਲ ਤਾਂ ਨਹੀਂ ਸੀ ਉਹ। ਅੱਛਾ, ਕਦੇ ਪਹਿਲਾਂ ਕਿਸਾਨ ਲੋਕਾਂ ਦਾ ਢਿੱਡ ਭਰਦਾ, ਦੂਜਾ ਉਹ ਜਦੋਂ ਕਣਕ ਦੂਜੇ ਥਾਂ 'ਤੇ ਪਹੁੰਚਦੀ ਹੈ ਉਦੋਂ ਲੋਕਾਂ ਦਾ ਸਹੀ ਮਾਇਨੇ 'ਚ ਢਿੱਡ ਭਰਿਆ ਜਾਂਦਾ। ਅਤੇ ਤੁਸੀਂ ਇਹ ਜਿਹੜੀ ਗੱਲ ਚੱਕਣ ਦੀ ਕੋਸ਼ਿਸ਼ ਨਹੀਂ ਕੀਤੀ ਵੱਡੇ ਲੈਵਲ 'ਤੇ, ਜਾਂ ਕਿਸੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਕਿ ਕਰੋਨਾ ਦੇ ਵਿੱਚ ਜਦੋਂ ਅਸੀਂ ਕਣਕ ਇੱਕ ਥਾਂ ਤੋਂ ਦੂਜੇ ਥਾਂ 'ਤੇ ਲੈ ਕੇ ਜਾਂਦੇ ਹਾਂ ਅਤੇ ਸਾਨੂੰ ਇੰਨੀਆਂ ਔਕੜਾਂ ਆਉਂਦੀਆਂ, ਸਾਨੂੰ ਪੁਲਿਸ ਤੰਗ ਕਰਦੀ ਹੈ? ਕਦੇ ਕੋਸ਼ਿਸ਼ ਨਹੀਂ ਕੀਤੀ? ਬਾਈ ਜੀ, ਕੋਸ਼ਿਸ਼ ਕਰੀਏ ਕਿੱਥੇ, ਕੋਈ ਸੁਣਵਾਈ ਤਾਂ ਹੈ ਨਹੀਂ। ਜੇ ਕਰੀਏ ਵੀ ਤਾਂ ਮੰਨ ਲਓ ਅੱਜ ਆਪਾਂ ਗੱਲ ਕਰ ਲਾਂਗੇ, ਇਹਦੀ ਕਿਹੜਾ ਕੋਈ ਸੁਣਵਾਈ ਹੋ ਜਾਊਗੀ। ਕੋਸ਼ਿਸ਼ ਅੱਜ ਦੇ ਟਾਈਮ 'ਚ ਜੋ ਹਾਲਾਤ ਹੈ, DTO RTO ਦੇ ਲਾ ਲਓ, ਅੰਡਰਲੋਡ ਗੱਡੀ 'ਤੇ ਵੀ ਚਲਾਨ ਹੋਈ ਜਾਂਦੇ ਆ, ਖਾਲੀ ਦੇ ਵੀ ਹੋਈ ਜਾਂਦੇ ਆ। ਸਾਰੇ ਭਾਰਤ 'ਚ ਹੀ ਲਾ ਲਓ, ਰਾਜਸਥਾਨ 'ਚ ਲਾ ਲਓ, ਹਰ ਜਗ੍ਹਾ ਇਹਨਾਂ ਨੇ ਮੰਨ ਲਓ ਵੀ ਲੁੱਟ ਮਚਾ ਰੱਖੀ ਆ। ਆ ਪਿੱਛੇ ਮਾਰਚ ਦਾ ਮਹੀਨਾ ਟੱਪਿਆ, ਇਹ 'ਚ ਤਾਂ ਹੁਣ ਤੁਹਾਨੂੰ ਪਤਾ ਹੀ ਆ, ਤੁਸੀਂ ਵੀ ਆਪ ਇੱਥੇ ਲੋਕਾਂ ਦੇ ਵਿੱਚ ਹੀ ਰਹਿੰਦੇ ਹੋ। ਅੱਛਾ ਬਾਈ ਜੀ, ਤੁਸੀਂ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਟਰੱਕ ਚਲਾਉਂਦੇ ਨੂੰ ਇਸ ਲਾਈਨ ਦੇ ਵਿੱਚ? ਸਤਿ ਸ੍ਰੀ ਅਕਾਲ ਬਾਈ, ਤੁਹਾਨੂੰ ਮੈਨੂੰ 20 ਸਾਲ ਹੋ ਗਏ ਇਸ ਟਰੱਕ ਲਾਈਨ ਦੇ ਵਿੱਚ ਪਏ ਨੂੰ। ਕਿਹੜੀ ਗੱਡੀ ਚਲਾਉਣੀ? ਮੈਂ ਘੋੜਾ ਚਲਾਉਂਦਾ ਜੀ। ਪਹਿਲਾਂ ਸਾਡੇ ਇੱਥੇ ਆਇਆ ਸੁਰਿੰਦਰ ਸਿੰਘ ਠੇਕੇਦਾਰ ਆ ਜੀ, ਡੱਬ ਵਾਲੀ, ਉਹਨਾਂ ਨਾਲ ਕੰਮ ਕਰਿਆ ਜੀ 10-12 ਸਾਲ, ਫਿਰ ਮੈਂ ਟਰੱਕ ਚਲਾਉਣ ਲੱਗ ਗਿਆ ਜੀ। ਅੱਛਾ ਬਾਈ ਜੀ, ਤੁਸੀਂ ਇਹ ਲਾਈਨ ਕਿਉਂ ਚੂਜ਼ ਕੀਤੀ? ਤੁਹਾਨੂੰ ਕੀ ਲੋੜ ਪਈ ਕਿ ਅਸੀਂ ਟਰੱਕ ਹੀ ਚਲਾਉਣਾ? ਲਾਈਨ ਤਾਂ ਜੀ ਦੇਖੋ ਇਹ ਹੈ ਵੀ ਮੰਨ ਲਾ ਕਿਸੇ ਨੂੰ ਆਪਾਂ ਦੇਖਦੇ ਹਾਂ, ਮਤਲਬ ਨਾਲ ਸਾਡੇ ਕੋਈ ਡਰਾਈਵਰ ਹੈ, ਕੋਈ ਚੰਗਾ ਵਧੀਆ ਰਹਿੰਦਾ ਹੈ,
ਉਹਨੂੰ ਵੇਖ ਕੇ ਲਾਈਨ ਚੂਜ਼ ਕਰੀ ਵੀ ਇਹ ਬੰਦਾ ਟੋਰਾਂ ਰਹਿੰਦਾ ਵੀ ਇਸ ਕੰਮ ਦੇ ਵਿੱਚ ਕਮਾਈ ਵੀ ਹੈਗੀ ਹੈ ਜੀ। ਵੱਡੀ ਗੱਲ ਇਹ ਸੀ ਕਿ ਤੁਸੀਂ ਟੌਰ ਨਾਲ ਵੀ ਬੰਦਾ ਰਹਿੰਦਾ ਹੈ ਕਿ ਤੇ ਕਮਾਈ ਵੀ ਹੈ, ਤੇ ਇਹ ਹਕੀਕਤ ਕਿੰਨੀ ਕਾ ਗੱਲ? ਹਕੀਕਤ ਇਹ ਜੀ ਜਦੋਂ ਬੰਦਾ ਇਸ ਕੰਮ ਨੂੰ ਸਿੱਖ ਲੈਂਦਾ ਹੈ ਜਾਂ ਉਹਨੂੰ ਪੂਰਾ ਉਹ ਨਿਚੋੜ ਕੱਢ ਲੈਂਦਾ ਹੈ, ਉਹ ਨਿਚੋੜ ਬਾਅਦ ਹੀ ਪਤਾ ਲੱਗਦਾ ਵੀ ਇਸ ਵਿੱਚ ਕੁਝ ਨਹੀਂ, ਨਾ ਤਾਂ ਇਹਦੇ ਵਿੱਚ ਸਾਡੀ ਇੱਜ਼ਤ ਹੈ ਜੀ। ਮੇਨ ਚੀਜ਼ ਤਾਂ ਸਾਨੂੰ ਇਹਦੇ ਵਿੱਚ ਇੱਜ਼ਤ ਨਹੀਂ ਮਿਲਦੀ ਇਸ ਕੰਮ ਦੇ ਵਿੱਚ। ਸਾਡੀ ਇੰਨੀ ਲੋਕਾਂ ਨੇ ਵੀ ਸਾਡੇ ਧੰਦੇ ਬਿਨਾ ਉਹ ਵੀ ਉਹ ਹੈ ਨਹੀਂਗਾ ਵੀ ਟਰੱਕ ਲੈਣ ਦੇ ਨਾਲ ਕਿਸੇ ਹਰ ਇੱਕ ਦੇ ਉਹ ਨਾਲ ਹੈ ਨਾ ਵੀ ਕਿਸੇ ਦਾ ਉਹ ਨਹੀਂਗਾ ਵੀ ਦੇਖੀ ਅੱਜ ਕਿਸਾਨੀ ਦੇ ਨਾਲ ਲਾ ਲਓ ਜੀ, ਜੇ ਕਿਸਾਨ ਕਣਕ ਜੋ ਵੀ ਫਲ ਫਲੂ ਬੀਜੂਗਾ ਅਸੀਂ ਟਰੱਕਾਂ ਵਾਲੇ ਲੈ ਕੇ ਆਵਾਂਗੇ ਜੀ। ਕਿਸਾਨਾਂ ਨਾਲ ਟਰੱਕ ਹੈ ਜੀ ਤੇ ਟਰੱਕਾਂ ਨਾਲ ਹੀ ਕਿਸਾਨ ਹੈ। ਇਹ ਮੈਨੂੰ ਇਸ ਗੱਲ ਦਾ ਦੱਸੋ, ਹੁਣ ਜਿਵੇਂ ਨਿੱਜੀਕਰਨ ਹੋ ਰਿਹਾ ਹੈ, ਟ੍ਰੇਨਾਂ ਦਾ ਨਿੱਜੀਕਰਨ ਹੋ ਚੁੱਕਿਆ ਹੈ, ਉਸ ਚੀਜ਼ ਦਾ ਪ੍ਰਭਾਵ ਤੁਹਾਡੀ ਲਾਈਨ ਤੇ ਕਿੰਨਾ ਕੁ ਪਿਆ? ਸਾਡੀ ਲਾਈਨ ਤੇ ਬਾਈ ਜੀ ਬਹੁਤ ਪ੍ਰਭਾਵ ਪਿਆ। ਜਿਵੇਂ ਤੁਸੀਂ ਪੁੱਛਿਆ ਹੈ ਵੀ ਕਮਾਈ ਦਾ ਤੁਹਾਨੂੰ ਵੀ ਇਹਦੇ 'ਚ ਕਿੰਨੀ ਕੁ ਕਮਾਈ, ਕੀ ਹਿਸਾਬ ਕਿਤਾਬ ਹੈ। ਕੰਮ ਮਾੜਾ ਨਹੀਂ ਹੈਗਾ, ਕਮਾਈ ਵੀ ਹੈਗੀ ਹੈ, ਪਰ ਸਰਕਾਰਾਂ ਦੀਆਂ ਨੀਤੀਆਂ ਮਾੜੀਆਂ। ਆਪਣੇ ਹੀ ਮੁੰਡੇ ਇੱਥੋਂ ਜਾ ਕੇ ਬਾਹਰਲੀਆਂ ਕੰਟਰੀਆਂ 'ਚ ਜਾ ਕੇ ਉਹ ਕਾਮਯਾਬ ਹੋ ਜਾਂਦੇ ਆ। ਉਹ ਕਿਉਂ ਕਾਮਯਾਬ ਹੋ ਜਾਂਦੇ ਆ? ਇਹੀ ਕੰਮ ਕਰਦੇ, ਉੱਥੇ ਡਰਾਈਵਰੀ ਕਰਦੇ ਆ। ਉੱਥੇ ਡਰਾਈਵਰੀ ਵੀ ਕਾਮਯਾਬ ਹੈ, ਇੱਥੋਂ ਦੇ ਮਾਲਕ ਨਾਲੋਂ ਉੱਥੇ ਡਰਾਈਵਰ ਵੀ ਕਾਮਯਾਬ ਹੈ। ਦੂਜੀ ਗੱਲ ਜਿਹੜੀ ਤੁਸੀਂ ਕਹਿੰਦੇ ਹੋ ਵੀ ਆ ਨਿੱਜੀਕਰਨ ਕਰਕੇ ਕਿੰਨਾ ਕੁ ਪ੍ਰਭਾਵ ਪਿਆ, ਨਿੱਜੀਕਰਨ ਕਰਕੇ ਹੀ ਇਹਨਾਂ ਨੇ ਸਾਰਾ ਮਾਲ ਹੀ ਮਤਲਬ ਰੇਲਵੇ ਨੂੰ ਹੀ ਦੇਤਾ। ਟਰਾਂਸਪੋਰਟ ਨੂੰ ਤਾਂ ਮਤਲਬ ਕੋਈ ਇਹਨਾਂ ਨੇ ਦੇਖਿਆ ਹੀ ਨਹੀਂ, ਕੋਈ ਉਹਦੇ ਬਾਰੇ ਸੋਚਿਆ ਹੀ ਨਹੀਂ। ਜਿੱਥੇ ਜਿਹੜੀਆਂ ਫੈਕਟਰੀਆਂ ਦੇ ਵਿੱਚ ਪਹਿਲਾਂ ਕੋਈ 1-2 ਟ੍ਰੇਨਾਂ ਮਹੀਨੇ ਦੇ ਵਿੱਚ ਭਰਦੀਆਂ ਹੁੰਦੀਆਂ ਸੀ, ਜ਼ਿਆਦਾ ਮਾਲ ਟਰੱਕਾਂ ਨੂੰ ਦਿੱਤਾ ਜਾਂਦਾ ਸੀ, ਉੱਥੇ ਉਸ ਫੈਕਟਰੀਆਂ ਦੇ ਵਿੱਚੋਂ 30-30 ਟ੍ਰੇਨਾਂ ਮਹੀਨੇ ਦੀਆਂ ਨਿਕਲ ਰਹੀਆਂ ਜੀ। ਟਰੱਕਾਂ ਵਾਸਤੇ ਕੋਈ ਉੱਥੇ ਸੁਣਵਾਈ ਨਹੀਂ। 24-24 48 ਘੰਟਿਆਂ ਦੇ ਵਿੱਚ ਗੱਡੀ ਭਰ ਕੇ ਬਾਹਰ ਆਉਂਦੀ ਹੈ। ਕੋਈ ਉੱਥੇ ਫੈਕਟਰੀ ਵਾਲੇ ਨਹੀਂ ਸੁਣਦੇ, ਕੋਈ ਟਰਾਂਸਪੋਰਟਰ ਨਹੀਂ ਸੁਣਦਾ। ਉੱਥੇ ਕੀ ਕਾਰਨ ਹੈ ਇਹਦਾ? ਵੱਡਾ ਕਾਰਨ ਕੀ ਹੈ ਕਿ ਟਰੱਕਾਂ ਨੂੰ ਇੱਕ ਸਾਈਡ ਲਾਈਨ ਤੇ ਲਾਤਾ ਤੇ ਜਿਹੜਾ ਮਾਲ ਹੈ ਉਹ ਵੱਧ ਟ੍ਰੇਨਾਂ ਨੂੰ ਦੇਣ ਲੱਗ ਗਏ? ਬਾਈ ਜੀ ਇਹ ਨਿੱਜੀਕਰਨ ਵਾਲਾ ਹੀ ਹੋ ਸਕਦਾ, ਸਾਨੂੰ ਤਾਂ ਇਹੀ ਲੱਗਦਾ ਵੀ ਇਹ ਨਿੱਜੀਕਰਨ ਕਰਕੇ ਹੀ। ਜਦੋਂ ਟ੍ਰੇਨਾਂ ਦਾ ਨਿੱਜੀਕਰਨ ਕਰਤਾ ਤੇ ਉਹ ਮਾਲ ਵੀ ਮਤਲਬ ਜ਼ਿਆਦਾ ਟ੍ਰੇਨਾਂ ਨੂੰ ਹੀ ਦੇਣ ਦੇ ਮਤਲਬ ਤੁਹਾਨੂੰ ਲੱਗਦਾ ਹੈ ਕਿ ਸਰਕਾਰ ਫੈਕਟਰੀਆਂ ਹੈ ਜਾਂ ਫਿਰ ਜਿਹੜੀਆਂ ਇੰਡਸਟਰੀਆਂ ਹੈ ਉਹਨਾਂ ਤੇ ਦਬਾਅ ਬਣਾਉਂਦੀ ਹੈ ਕਿ ਜਿਹੜਾ ਤੁਸੀਂ ਸਮਾਨ ਦੇਣਾ ਹੈ ਉਹ ਜਿਹੜੀ ਟਰਾਂਸਪੋਰਟੇਸ਼ਨ ਹੈ ਉਹ ਅੰਬਾਨੀ ਅੰਡਾਨੀ ਦੀ ਵੱਧ ਚੱਲੂਗੀ ਤੇ ਆਮ ਜਿਹੜੀ ਲੋਕਲ ਹੈ ਉਹ ਘੱਟ ਚੱਲੂਗੀ? ਸਾਨੂੰ ਤਾਂ ਬਾਈ ਜੀ ਇਹੀ ਲੱਗਦਾ ਵੀ ਦਬਾਅ ਵੀ ਹੈ, ਤਾਂ ਕਰਕੇ ਹੁਣ ਪਹਿਲਾਂ ਵੀ ਕੋਈ ਸਰਕਾਰ ਦਾ ਸਿਸਟਮ ਹੋਊਗਾ ਹੀ। ਉੱਥੇ ਵੀ ਜਿਹੜੀਆਂ ਮਹੀਨੇ ਦੇ ਵਿੱਚ 2 ਜਾਂ 3 ਟ੍ਰੇਨਾਂ ਨਿਕਲਦੀਆਂ ਫੈਕਟਰੀ ਦੇ ਵਿੱਚੋਂ, ਬਾਕੀ ਮਾਲ ਟਰੱਕਾਂ ਨੂੰ ਹੀ ਦਿੱਤਾ ਜਾਂਦਾ ਸੀ। ਉਦੋਂ ਟਰੱਕ ਵੀ ਮੰਨ ਕੇ ਚੱਲੋ ਫੈਕਟਰੀ 'ਚੋਂ 5-6 ਘੰਟਿਆਂ 'ਚ ਬਾਹਰ ਆ ਜਾਂਦਾ ਸੀਗਾ। ਸਾਨੂੰ 20 ਸਾਲ ਹੋ ਗਏ ਮਤਲਬ ਇਸ ਕੰਮ ਕਰਦਿਆਂ ਨੂੰ। ਪਹਿਲਾਂ ਇੰਨੀ ਦਿੱਕਤ ਨਹੀਂ ਸੀ ਜਿੰਨੀ ਕਿ ਹੁਣ ਮੋਦੀ ਸਰਕਾਰ BJP ਸਰਕਾਰ ਦੇ ਆਉਣ ਤੋਂ ਬਾਅਦ ਆਈ ਜਾਂਦੀ ਹੈ। ਤੁਸੀਂ ਦੇਖ ਲਓ ਵੀ ਤੇਲ ਦਾ ਰੇਟ ਦੇਖ ਲਓ। ਉਦੋਂ ਬਾਅਦ ਪਹਿਲਾਂ ਇਹ ਕੀ ਬੋਲ ਕੇ ਸਰਕਾਰ ਆਈ ਸੀਗੀ ਵੀ ਉਦੋਂ ਬੋਲਦੇ ਸੀ ਵੀ ਤੇਲ ਦੇ ਰੇਟ ਬਹੁਤ ਜ਼ਿਆਦਾ ਨੇ। ਆਰਾਮ ਦੇ ਬਾਬੇ ਵਰਗੇ ਵੀ ਬੋਲਦੇ ਸੀ ਵਿੱਚ। ਨਹੀਂ ਬਾਈ ਜੀ, ਹੁਣ ਤਾਂ ਇਹ ਜਿਹੜੇ ਸਾਡੇ ਪ੍ਰਾਈਮ ਮਿਨਿਸਟਰ ਨੇ ਇਹ ਤਾਂ ਕਹਿ ਦਿੰਦੇ ਆ ਕਿ ਵੋਟਾਂ ਲੈਣ ਲਈ ਇਹੋ ਜਿਹੇ ਝੂਠ ਤਾਂ ਕੋਈ ਮਾਇਨੇ ਨਹੀਂ ਰੱਖਦੇ। ਇਹਨਾਂ ਵਾਸਤੇ ਮੈਨੇ ਨਹੀਂ ਰੱਖਦੇ ਹੋਣੇ ਬਾਈ ਜੀ, ਇਹ ਤਾਂ ਦਿਖੀ ਜਾਂਦਾ ਆਪਾਂ ਨੂੰ। ਪਰ ਆਮ ਲੋਕਾਂ ਵਾਸਤੇ ਰੱਖਦੇ ਆ ਜੀ, ਜਿਨ੍ਹਾਂ ਦਾ ਹੁਣ ਬਿਜ਼ਨਸ ਹੌਲੀ ਹੌਲੀ ਖਤਮ ਹੋਈ ਜਾਂਦਾ ਹੈ, ਜਾ ਰਿਹਾ ਮੰਨ ਕੇ ਚੱਲੋ। ਅੱਜ ਦੇ ਟਾਈਮ 'ਚ ਕੋਈ ਨਵਾਂ ਟਰੱਕ ਨਹੀਂ ਲੈ ਰਿਹਾ। ਵੱਡੀਆਂ ਕੰਪਨੀਆਂ ਜੇ ਕੋਈ ਮੰਨ ਲਓ ਵੀ ਕਿਸੇ ਵੱਡੇ ਸ਼ਹਿਰਾਂ ਦੇ ਵਿੱਚ ਜਿੱਥੇ ਮੰਨ ਲਓ ਵੀ ਇੰਡਸਟਰੀ ਜ਼ਿਆਦਾ ਹੈ, ਵੱਡੇ ਸ਼ਹਿਰਾਂ ਦੇ ਵਿੱਚ ਵੱਡੀ ਕੰਪਨੀ ਕੋਈ ਨਵੀਆਂ ਗੱਡੀਆਂ ਲੈ ਰਹੀ ਹੋਊਗੀ। ਵੈਸੇ ਛੋਟੀਆਂ ਮੰਡੀਆਂ ਦੇ ਵਿੱਚ, ਛੋਟੇ ਸ਼ਹਿਰਾਂ ਦੇ ਵਿੱਚ ਕੋਈ ਟਰਾਂਸਪੋਰਟਰ ਨਹੀਂ ਜਿਹੜੀ ਕੋਈ ਨਵੀਂ ਗੱਡੀ ਨਹੀਂ ਲੈ ਰਿਹਾ। ਸਾਨੂੰ ਤਾਂ ਇਹ ਲੱਗਦਾ ਵੀ ਇਸ ਕਰਕੇ ਦੇਸ਼ ਦਾ ਵੀ ਨੁਕਸਾਨ ਹੈ, ਕਿਉਂਕਿ ਮੰਨ ਲਓ ਜਦੋਂ ਗੱਡੀ ਲੈ ਕੇ ਆਉਣੇ ਆਪਾਂ, ਪਹਿਲਾਂ ਉਦੋਂ ਉਹਦੀ ਰਜਿਸਟ੍ਰੇਸ਼ਨ ਕਰਾਉਣੇ ਆ, ਉਦੋਂ ਸਰਕਾਰ ਨੂੰ ਟੈਕਸ ਦਿੰਦੇ ਆ। ਮੈਂ ਇਸੇ ਗੱਲ ਤੇ ਆਉਂਦਾ ਸੀਗਾ ਕਿ ਇੱਕ ਗੱਡੀ ਜਦੋਂ ਤੁਸੀਂ ਲੈਣ ਲਈ ਜਾਂਦੇ ਹੋ ਉਹ ਕਿੰਨੇ ਕੁ ਦੀ ਪੈਂਦੀ ਹੈ, ਫਿਰ ਜੇ ਕਿਸ਼ਤਾਂ 'ਤੇ ਲੈਂਦੇ ਹੋ ਤਾਂ ਉਹਦਾ ਕਿੰਨਾ ਕੁ ਵਿਆਜ ਦੇਣਾ ਪੈਂਦਾ ਹੈ। ਉਹ ਸਾਰਾ ਥੋੜ੍ਹਾ ਜਿਹਾ ਸਟਰਕਚਰ ਜਿਹੜਾ ਹੈਗਾ, ਤਾਂ ਕਿ ਜਿਹੜਾ ਅਸੀਂ ਟੈਕਸ ਉਦੋਂ ਦਿੰਦੇ ਆ, ਫਿਰ ਤੁਸੀਂ ਚਲਾਉਣ ਵੇਲੇ ਦਿੰਦੇ ਹੋ, ਫਿਰ ਤੁਸੀਂ ਤੇਲ 'ਤੇ ਦਿੰਦੇ ਹੋ, ਫਿਰ ਟੋਲ ਟੈਕਸ 'ਤੇ ਦਿੰਦੇ ਹੋ, ਉਹ ਸਾਰਾ ਕੁਝ ਡਿਸਕਲੋਜ਼ ਕਰੋ। ਬਾਈ ਜੀ ਜਦੋਂ ਆਪਾਂ ਅੱਜ ਦਾ ਜਿਹੜਾ ਹਿਸਾਬ ਕਿਤਾਬ ਹੈਗਾ, ਅੱਜ ਦਾ ਜਿਹੜਾ ਆਮ ਬੰਦਾ ਗੱਡੀ ਲਊਗਾ ਜਿਹੜਾ, ਉਹ ਕਿਸ਼ਤਾਂ ਤਾਂ ਦੇ ਹੀ ਨਹੀਂ ਸਕਦਾ। ਅੱਜ ਗੱਡੀ ਬਹੁਤ ਮਹਿੰਗੀ ਹੋ ਗਈ। ਅੱਜ ਮੰਨ ਕੇ ਚੱਲੋ 45 ਲੱਖ ਰੁਪਏ ਦੀ ਗੱਡੀ ਪਊਗੀ। ਜੇ ਆਪਾਂ 40-18 ਸਾਡੇ ਕੋਲੇ ਘੋੜੇ ਆ, ਜੇ ਉਹ ਘੋੜੇ ਨੂੰ ਦੇਖੀਏ ਤਾਂ ਉਹ 45 ਲੱਖ ਰੁਪਏ ਦੀ ਗੱਡੀ ਪਊਗੀ। ਠੀਕ ਹੈ ਜੀ। ਜਦੋਂ ਅਸੀਂ ਕਿ ਮੰਨ ਲਓ 6 ਦੇ ਵਿੱਚ ਲਈਆਂ ਸੀ, 12 ਲੱਖ ਰੁਪਏ ਦੀ ਗੱਡੀ ਸੀ, 4-5 ਲੱਖ ਰੁਪਏ ਉੱਤੇ ਲੱਗ ਕੇ 15-16 ਲੱਖ ਰੁਪਏ ਦੇ ਵਿੱਚ ਔਨ ਰੋਡ ਹੋ ਜਾਂਦੀ ਸੀ ਉਹ।
ਅੱਜ ਉਹੀ ਗੱਡੀ 45 ਲੱਖ ਰੁਪਏ ਦੇ ਵਿੱਚ ਪੈਂਦੀ ਹੈ। ਠੀਕ ਹੈ ਜੀ। ਇਹਦੇ 'ਚ GST ਆ ਗਿਆ, GST ਦੇ ਕਰਕੇ ਟੈਕਸ ਦੇ ਰੇਟ ਵੱਧ ਗਏ। ਪਰ GST ਦਾ ਫਾਇਦਾ ਜਿੱਥੇ ਕਿ ਮੰਨ ਲਓ ਵੀ GST ਇਹਨਾਂ ਨੇ ਲਾਤਾ, ਆਪਦੇ ਰੇਟ ਵੱਧ ਗਏ ਇਹਨਾਂ ਦੇ, ਲੋਕਾਂ ਨੂੰ ਕੀ ਫਾਇਦਾ ਹੋਇਆ ਉਹਦਾ? ਡੀਜ਼ਲ ਦਾ ਕੋਈ ਫਾਇਦਾ ਹੋਇਆ ਵੀ ਡੀਜ਼ਲ GST 'ਚ ਆਊਗਾ ਤਾਂ ਰੇਟ ਘਟੂਗਾ? ਕੋਈ ਫਾਇਦਾ ਨਹੀਂ ਹੋਇਆ ਉਹਨਾਂ ਨੂੰ। ਦੂਜੀ ਗੱਲ ਹੈ, ਜੇ ਮੰਨ ਲਓ ਵੀ ਅੱਜ ਆਪਾਂ ਗੱਡੀ ਲਿਆਉਣੇ ਆ ਤਾਂ 45 ਲੱਖ ਰੁਪਏ 'ਚ ਪੈਂਦੀ ਹੈ, ਉੱਤੇ ਵਿਆਜ ਲਾ ਲਓ, ਉਹਦੀ ਕਿਸ਼ਤ ਬਹੁਤ ਵੱਡੀ ਬਣ ਜਾਂਦੀ ਹੈ, ਅੱਜ ਨਹੀਂ ਭਰੀ ਜਾਂਦੀ। ਪਹਿਲਾਂ ਗੱਡੀ ਲੈਂਦੇ ਸੀ ਅਸੀਂ 15 ਚ ਲਈਆਂ ਸੀ, ਉਹ ਤੋਂ ਬਾਅਦ 6 ਤੋਂ ਬਾਅਦ 15 ਚ ਲਈਆਂ ਸੀ। 15 ਦੇ ਵਿੱਚ ਮੰਨ ਲਓ ਵੀ 18 ਕੁ ਲੱਖ ਰੁਪਏ ਦਾ ਘੋੜਾ ਸੀਗਾ, ਤੇ ਉਹਦੇ 'ਚ ਮੰਨ ਲਓ ਵੀ 6-7 ਲੱਖ ਰੁਪਏ ਉੱਤੇ ਲੱਗ ਜਾਂਦਾ ਸੀਗਾ, ਕੋਈ 4 ਕੁ ਲੱਖ ਰੁਪਏ ਵਿਆਜ ਲਾ ਲਓ, ਵੀ 31-32 ਲੱਖ ਰੁਪਏ ਦੇ ਵਿੱਚ ਗੱਡੀ ਪੈਂਦੀ ਸੀ। ਅੱਜ ਫਿਰ ਉਹ ਜਿਹੜਾ ਰੇਟ ਆ ਉਹ ਦੁੱਗਣੇ ਤੋਂ ਤਿੱਗਣਾ ਹੋ ਗਿਆ। ਇਹਦੇ ਵਿੱਚ ਸਰਕਾਰ ਕਿੰਨਾ ਕੁ ਦੋਖੀ ਹੈਗੀ ਆ? ਕਿਉਂਕਿ ਹਰੇਕ ਚੀਜ਼ ਦਾ ਜਿਹੜਾ ਰੇਟ ਆ ਵਧਿਆ ਜਾ ਰਿਹਾ ਹੈ, ਇਹ 'ਚ ਸਰਕਾਰ ਨੂੰ ਕਿੰਨੀ ਕੁ ਤੁਸੀਂ ਮੰਨਦੇ ਹੋ? ਅਸੀਂ ਤਾਂ ਬਾਈ ਜੀ ਸਰਕਾਰ ਨੂੰ ਹੀ ਮੰਨਦੇ ਆ। ਰੇਟ ਵਧਣ ਦੇ ਵਿੱਚ ਕੋਈ ਆਮ ਆਦਮੀ ਦਾ ਤਾਂ ਹੱਥ ਨਹੀਂ ਹੈਗਾ। ਆਪਾਂ ਤਾਂ ਕੋਈ ਮਹਿੰਗਾਈ ਨਹੀਂ ਕਰਤੀ। ਜੇ ਮਹਿੰਗਾਈ ਹੋਈ ਹੈ ਜਾਂ ਕਿਸੇ ਵੀ ਕਾਰਨ ਕਰਕੇ ਹੋਈ ਆ, ਉਹ ਸਰਕਾਰ ਦੀਆਂ ਮਾੜੀਆਂ ਨੀਤੀਆਂ ਲਾ ਲਓ ਜਾਂ ਕੁਛ ਵੀ ਲਾ ਲਓ, ਸਰਕਾਰ ਹੀ ਇਸ ਵਾਸਤੇ ਜ਼ਿੰਮੇਵਾਰ ਆ ਨਾ। ਮੌਕੇ ਦੀਆਂ ਸਰਕਾਰਾਂ ਹੀ ਜ਼ਿੰਮੇਵਾਰ ਹੁੰਦੀਆਂ ਨੇ ਨਾ। ਜਾਂ ਜੇ ਕੋਈ ਭ੍ਰਸ਼ਟਾਚਾਰ ਦੇ ਵਿੱਚ ਬੜਾਵਾ ਹੁੰਦਾ, ਜਦੋਂ ਨਵੀਂ ਸਰਕਾਰ ਬਣਦੀ ਹੈ, ਪਹਿਲਾਂ ਇਹਨਾਂ ਦਾ ਟਾਰਗੇਟ ਹੁੰਦਾ ਵੀ DTO RTO ਤੇ ਟਾਰਗੇਟ ਹੁੰਦਾ ਇਹਨਾਂ ਨੇ ਵੀ ਕਿੰਨੇ ਪੈਸੇ ਲਾਉਣੇ ਆ ਮਹੀਨੇ ਦੇ, ਕਿਹੜੇ ਨੂੰ ਕਿੱਥੇ ਲਾਉਣੇ ਆ, ਕੀ ਹਿਸਾਬ ਕਿਤਾਬ। ਆਪਣੇ ਬੰਦੇ ਸੈੱਟ ਕਰ ਦਿੰਦੇ ਆ, ਆਪਣੇ ਥਾਣਿਆਂ ਦੇ ਵਿੱਚ ਬੰਦੇ ਮਤਲਬ ਉਹ ਜਿਹੇ ਹਿਸਾਬ ਦੇ ਲਾਏ ਜਾਂਦੇ ਆ। ਵੱਡੇ ਅਫਸਰ ਵੀ ਉਹ ਜਿਹੇ ਹਿਸਾਬ ਦੇ ਆਪਣੇ ਜ਼ਿਲ੍ਹੇ ਦੇ ਵਿੱਚ ਉਵੇਂ ਲਾਏ ਜਾਂਦੇ ਆ, DC SSP ਲਾ ਲਓ। ਤੇ ਜ਼ਿਆਦਾ ਸਾਰਿਆਂ ਨੂੰ ਪਹਿਲਾਂ ਮਤਲਬ ਟਰਾਂਸਪੋਰਟੇਸ਼ਨ ਹੀ ਦਿਖਦੀ ਹੈ। ਅੱਛਾ ਬਾਈ ਜੀ, ਜਿਹੜੀ ਇੱਕ ਵੱਡੀ ਗੱਲ ਹੁੰਦੀ ਹੈ ਕਿ ਟਰਾਂਸਪੋਰਟ ਜਿਹੜੇ ਵੀਰ ਟਰੱਕਾਂ ਵਾਲੇ ਹੁੰਦੇ ਆ, ਇਹਨਾਂ ਨੂੰ ਸਭ ਤੋਂ ਵੱਡਾ ਜਿਹੜਾ ਦਿੱਕਤ ਹੁੰਦੀ ਹੈ ਉਹ ਹੁੰਦੀ ਹੈ RTO DTO ਤੋਂ। ਇਹ ਕਿੰਨੀ ਕੁ ਗੱਲ ਸੱਚ ਹੈ ਕਿ RTO DTO ਬਹੁਤ ਵੱਡੇ ਪੱਧਰ ਤੇ ਤੁਹਾਨੂੰ ਤੰਗ ਕਰਦੇ ਆ? RTO DTO ਬਾਈ ਜੀ ਤੰਗ ਕਰਨ ਦੇ ਵਿੱਚ ਵੀ ਸਰਕਾਰ ਦਾ ਹੀ ਹੱਥ ਹੁੰਦਾ ਨਾ। ਲਾਏ ਤਾਂ ਉਹ ਸਰਕਾਰ ਵਜੋਂ ਹੀ ਜਾਂਦੇ ਆ, ਨਹੀਂ ਤਾਂ ਮੰਨ ਕੇ ਚੱਲੋ ਆਮ ਬੰਦੇ ਦੀ ਵੀ ਕਿਤੇ ਕੋਈ ਸੁਣਵਾਈ ਹੋਵੇ। ਠੀਕ ਹੈ। ਦੂਜੀ ਗੱਲ ਇਹ ਵੱਡੀਆਂ ਕੰਪਨੀਆਂ ਇਹਨਾਂ ਨਾਲ ਸੈਟਿੰਗ ਕਰ ਲੈਂਦੀਆਂ, ਮਹੀਨੇ ਕਰ ਲੈਂਦੀਆਂ। ਲੋਕਲ ਜਿਵੇਂ ਮੰਨ ਲਓ ਵੀ ਸਿੰਗਲ ਮੋਟਰ ਮਾਲਕ ਹੈ, ਉਹ ਮਰਦੇ ਆ ਇਹਦੇ ਵਿੱਚ, ਤਾਂ ਉਹਨਾਂ ਨੂੰ ਦਿੱਕਤ ਆਉਂਦੀ ਹੈ। ਇਹ ਵੀ ਮੰਨ ਲਓ ਵੀ ਸਰਕਾਰਾਂ ਇਹਨਾਂ ਨੂੰ ਆਪਦੇ ਬੰਦੇ ਚੁਣ ਕੇ, ਮੰਤਰੀ ਆਪਦੇ ਏਰੀਏ ਦੇ ਹਿਸਾਬ ਨਾਲ ਬੰਦੇ ਚੁਣ ਕੇ ਲਾ ਕੇ ਉਹਨਾਂ ਤੋਂ ਪੈਸੇ ਵਸੂਲਣ ਦੇ ਕੰਮ ਕਰਦੇ ਆ। ਉਹਨਾਂ ਨੂੰ ਮਹੀਨੇ ਲਾਏ ਜਾਂਦੇ ਆ ਜੀ। ਉਹ ਵੀ ਆਪਦੇ ਵੱਸ 'ਚ ਨਹੀਂ ਗਏ, ਉਹ ਵੀ ਸਰਕਾਰਾਂ ਨੂੰ ਦੇਣੇ ਹੁੰਦੇ ਆ ਤਾਂ ਉਹ ਕਰਦੇ ਆ। ਤਾਂ ਹੀ ਕਰਦੇ ਜੀ, ਧੱਕਾ ਤਾਂ ਹੀ ਕਰਦੇ ਆ। ਨਹੀਂ ਉਹਨਾਂ ਦਾ ਕਿਹੜਾ ਜੀ ਕਰਦਾ ਰਾਤ ਨੂੰ ਉੱਠ ਕੇ ਆਉਣਾ ਹੀ? ਕਿਹਨੂੰ ਚੰਗਾ ਲੱਗਦਾ? ਧੁੰਦ ਦੇ ਵਿੱਚ ਵੀ ਖੜੇ ਰਹਿਣਾ, ਸਰਦੀਆਂ 'ਚ ਧੁੰਦ ਦੇ ਵਿੱਚ ਵੀ ਰੋਡ ਦੇ ਉੱਤੇ ਖੜੇ ਰਹਿਣਾ, ਉਹਨਾਂ ਨੂੰ ਕਿਹੜਾ ਮਤਲਬ ਜਾ ਕੇ ਆਪਣਾ ਬਿਸਤਰਾ ਚੰਗਾ ਹੀ ਲੱਗਦਾ, ਸੌਣਾ ਚੰਗਾ ਹੀ ਨਾ। ਅੱਛਾ ਬਾਈ ਜੀ, ਮੈਂ ਤੁਹਾਡੇ ਕੋਲੇ ਆਉਣਾ। ਵੱਡਾ ਸਵਾਲ ਇਹ ਹੈ ਕਿ ਜਿਹੜਾ ਟਰੱਕ ਵਾਲੇ ਵੀਰ ਹੁੰਦੇ ਆ ਉਹ ਬਦਨਾਮ ਹੁੰਦੇ ਆ, ਉਹਨਾਂ ਦੇ ਰਿਸ਼ਤੇ ਬਹੁਤ ਘੱਟ ਹੁੰਦੇ ਆ। ਇਹ ਗੱਲ ਕਿੰਨੀ ਕੁ ਸੱਚ ਹੈ? ਰਿਸ਼ਤੇ ਤਾਂ ਜੀ ਹੁਣ ਡਿਪੈਂਡ ਮੇਰੇ ਤੇ ਵੀ ਲਾ ਲਓ। ਮੇਰੇ ਵੀ ਘਰੇ ਧੀਆਂ ਭੈਣਾਂ ਹੈਗੀਆਂ ਜੀ। ਇਹ ਤਾਂ ਲੋਕਾਂ ਨੇ ਦੇਖਣਾ ਨਜ਼ਰਾਂ 'ਚ ਵੀ ਆ ਕਿ ਟਰੱਕ ਡਰਾਈਵਰ ਆ ਜੀ। ਉਹ ਟਰੱਕ ਡਰਾਈਵਰ ਸਾਡੇ ਵੀ ਧੀਆਂ ਭੈਣਾਂ ਹੈਗੀਆਂ ਘਰੇ ਜੀ। ਬਥੇਰੇ ਹੈਗੇ 100 ਚੋਂ ਵੀ 10 ਕੁ ਬੰਦੇ ਆ ਜਿਹੜੇ ਵੀ ਕੋਈ ਨਸ਼ਾ ਪਤਾ ਕਰਦੇ ਆ, ਜ਼ਿਆਦਾ ਕਰਦੇ ਆ ਜੀ। ਹਾਂਜੀ, ਕੋਈ ਜ਼ਿਆਦਾ ਨਸ਼ੇ ਪਤੇ ਕਰਕੇ ਵੀ ਕੋਈ ਮਾੜਾ ਮੋਟਾ ਉਹ ਕਰਦਾ, ਡਿਪੈਂਡ ਕਰ ਦਿੰਦਾ ਜੀ ਵੀ ਆ ਬੰਦਾ ਨਸ਼ਾ ਪਤਾ ਕਰਦਾ ਜੀ। TI ਦੀ ਮੰਨ ਲਓ ਵੀ ਇੱਥੋਂ ਕਣਕ ਜਾਂਦੀ ਹੈ, ਇੱਥੋਂ ਟਰਾਂਸਪੋਰਟਰ ਭਰਾ ਦਿੰਦਾ, ਉੱਥੇ ਉਹ ਸਰਕਾਰੀ ਕਦਮਾਂ 'ਚ ਹੀ ਖਾਲੀ ਹੁੰਦੀ ਹੈ ਜੀ। ਅੱਛਾ, ਇੱਥੋਂ ਕਿੰਨਾ ਕੁ ਤੁਹਾਨੂੰ ਜਿਹੜਾ ਹੈਗਾ ਮਾਲ ਪਾਸ ਹੁੰਦਾ ਹੈ? ਪਾਸ ਤਾਂ ਸਾਨੂੰ 35 ਟਨ ਹੈ ਜੀ। ਅੱਛਾ, 35 ਟਨ ਦਾ ਕਿੰਨੇ ਪੈਸੇ ਬਣ ਗਏ? ਉਹਦਾ ਹੀ ਮੰਨ ਲਓ ਵੀ 70 ਕੁ ਰੁਪਏ ਹਿਸਾਬ ਨਾਲ 22-23 ਹਜ਼ਾਰ ਰੁਪਏ। ਕਿੰਨਾ ਕੁ ਤੇਲ ਜਿਹੜਾ ਗੱਡੀ ਖਾ ਜੂਗੀ? ਗੱਡੀ ਜਾਣ ਦਾ ਲਾਈਏ ਤਾਂ ਆਪਾਂ ਜੀ 250 ਲੀਟਰ ਤੇਲ ਖਾ ਜੂਗੀ ਇੱਥੋਂ ਜੋਧਪੁਰ ਦਾ। ਹਾਂਜੀ। ਫਿਰ ਬਾਈ ਜੀ, ਫਿਰ ਕੀ ਲੋੜ ਪੈਂਦੀ ਹੈ ਤੁਹਾਨੂੰ ਕਿ ਤੁਸੀਂ ਇੱਥੋਂ ਕਣਕ ਲੈ ਕੇ ਜੋਧਪੁਰ ਜਾਂਦੇ ਹੋ? ਕੀ ਲੋੜ ਪੈਂਦੀ ਹੈ ਜਦੋਂ ਸਾਨੂੰ ਤੇਲ ਦਾ ਖਰਚਾ ਹੀ ਨਹੀਂ ਮੁੜਦਾ? ਬਾਈ ਜੀ ਉਧਰੋਂ ਮਾਲ ਲੈ ਕੇ ਆਉਣਾ, ਇੱਥੋਂ ਜਾਣਾ ਤਾਂ ਫਿਰ ਖਾਲੀ ਵੀ ਜਾਣਾ, ਟੋਲ ਪਲਾਜ਼ੇ ਵੀ ਉਹੀ ਲੱਗਣੇ ਆ। ਵੀ ਇੰਨਾ ਵੀ ਚਲੋ ਥੋੜ੍ਹਾ ਬਹੁਤ ਸਹਾਰਾ ਲੱਗ ਜਾਂਦਾ ਵੀ, ਜਿੰਨਾ ਵੀ ਲੱਗਦਾ ਉਨਾ ਹੀ ਠੀਕ ਹੈ। ਅੱਛਾ, ਤੁਸੀਂ ਪਹਿਲਾਂ ਗੱਲ ਕੀਤੀ ਕਿ ਕਮਾਈ ਵੀ ਹੈਗੀ ਆ। ਕਿੰਨੀ ਕੁ ਐਵਰੇਜਨ ਕਮਾਈ ਮੰਨਦੇ ਹੋ ਮਹੀਨੇ ਦੀ ਇੱਕ ਜਿਹੜਾ ਗੱਡੀ ਵਾਲਾ ਬੰਦਾ ਹੈਗਾ ਉਹ ਕਰ ਲੈਂਦਾ? ਹੁਣ ਤਾਂ ਬਾਈ ਜੀ ਕੋਈ ਪਤਾ ਨਹੀਂ ਲੱਗ ਰਿਹਾ, ਹੁਣ ਕੋਈ ਕਮਾਈ ਨਹੀਂ ਰਹੀ। ਕਮਾਈ ਸੀਗੀ ਪਹਿਲਾਂ ਜਦੋਂ ਆਪਣੇ ਕਾਂਗਰਸ ਸਰਕਾਰ ਦਾ ਜਿਹੜਾ ਇੱਕਦਮ ਵਧੀਆ ਸੀ ਸਿਸਟਮ ਥੋੜ੍ਹਾ ਜਿਹਾ,
ਉਦੋਂ ਸੀਗੀ ਕਮਾਈ। ਅੱਜ ਤਾਂ ਜਿੱਥੇ ਡੀਜ਼ਲ ਦੇ ਰੇਟ ਲਾ ਲਓ ਜਾਂ ਤੁਸੀਂ ਹੋਰ ਲਾ ਲਓ, ਉਦੋਂ ਨਵੀਆਂ ਗੱਡੀਆਂ ਲੈ ਕੇ ਵੀ ਅਸੀਂ ਕਿਸ਼ਤਾਂ ਮੋੜ ਕੇ ਵੀ ਕੋਈ 2 ਰੁਪਏ ਆਪਦੇ ਘਰੇ ਖਰਚਣ ਉਹ 'ਚ ਬਚਾਈ ਜਾਂਦੇ ਸੀ। ਹੁਣ ਸਾਡੇ ਕੋਲੇ ਗੱਡੀਆਂ ਵੀ ਫ੍ਰੀ ਹੈ, ਉਹ ਬਸ ਉਹੀ ਹਾਲਾਤ ਚੱਲੀ ਜਾਂਦੇ ਆ, ਕੋਈ ਕਿਸ਼ਤ ਵੀ ਨਹੀਂ ਭਰਦੇ ਤੇ ਮੈਂ ਰੋਟੀ ਗੁਜ਼ਾਰਾ ਚੱਲੀ ਜਾਂਦਾ ਜੀ। ਅੱਛਾ, ਤੁਹਾਨੂੰ ਕੀ ਲੱਗਦਾ ਜੀ ਸਰਕਾਰ ਹੈ ਜਿਹੜੀ ਉਹਨੂੰ ਤੁਹਾਡੇ ਲਈ ਕੀ ਸਹੂਲਤਾਂ ਕਰਨੀਆਂ ਚਾਹੀਦੀਆਂ ਤਾਂ ਕਿ ਟਰਾਂਸਪੋਰਟੇਸ਼ਨ ਹੈ ਜਿਹੜੀ ਥੋੜ੍ਹੀ ਜਿਹੀ ਬਿਹਤਰ ਹੋ ਸਕੇ, ਤੁਸੀਂ ਸੁਖੀ ਹੋ ਸਕੋ ਤੇ ਤੁਸੀਂ ਜਿਹੜਾ ਕੰਮ ਹੈ ਉਹ ਜ਼ਿਆਦਾ ਕਰ ਸਕੋ ਜਿੱਦਾਂ ਹੋਰ ਬਾਹਰ ਵਾਲੀਆਂ ਕੰਟਰੀਆਂ ਚੱਲਦਾ? ਸਾਨੂੰ ਤਾਂ ਇਹੀ ਲੱਗਦਾ ਜੀ ਵੀ ਜ਼ਿਆਦਾ ਅਸਰ ਰੇਲ ਨਿੱਜੀਕਰਨ ਦਾ ਜਿਹੜਾ ਇਹਦੇ ਕਰਕੇ ਜਦੋਂ ਦੀ ਸਰਕਾਰ ਆਈ ਹੈ, ਵੈਸੇ ਉਦੋਂ ਦਾ ਹੀ ਇਹਨਾਂ ਨੂੰ ਰੇਲਵੇ ਨੂੰ ਮਾਲ ਜ਼ਿਆਦਾ ਦੇਣ ਲੱਗ ਪਏ ਵੀ ਰੇਲਵੇ ਦਾ ਹੁਣ ਨਿੱਜੀਕਰਨ ਕਰਨਾ ਸੀ ਇਹਨਾਂ ਨੇ, ਤਾਂ ਹੀ ਥੋੜ੍ਹਾ ਵਧਾਈ ਗਏ। ਹੁਣ ਤਾਂ ਫਿਰ ਜਵੇਂ ਹੀ ਜਿੱਥੇ ਅਣਸਰਦੇ ਨੂੰ ਜਿੱਥੇ ਨਹੀਂ ਸਰਦਾ ਉੱਥੇ ਗੱਡੀ ਮਾਲ ਲੈ ਕੇ ਜਾਂਦੀ ਹੈ ਜੀ। ਵੈਸੇ ਤਾਂ ਦੂਜਾ ਸਾਰੇ ਫੈਕਟਰੀਆਂ ਦੇ ਵਿੱਚੋਂ ਲਾ ਲਓ, ਜਿੱਥੇ ਕੋਲਾ ਲਾ ਲਓ, ਜਿੱਥੇ ਹੁਣ ਭੱਠਿਆਂ ਤੇ ਲਾ ਲਓ ਕੋਲਾ, ਉੱਥੇ ਗੱਡੀਆਂ ਲੈ ਕੇ ਆਉਂਦੀਆਂ, ਟਰੱਕ ਲੈ ਕੇ ਆਉਂਦੇ ਆ, ਨਹੀਂ ਤਾਂ ਸਾਰਾ ਮਾਲ ਹੀ ਮਤਲਬ ਰੇਲਵੇ ਨੂੰ ਹੀ ਦੇ ਰਹੇ ਆ ਜੀ। ਵੀ ਸਾਨੂੰ ਤਾਂ ਇਹ ਲੱਗਦਾ ਵੀ ਰੇਲਵੇ ਨੂੰ ਵੀ ਮੰਨ ਲਓ ਵੀ ਕੰਟਰੋਲ ਦਾ ਮਾਲ ਦੇਣਾ ਚਾਹੀਦਾ। ਜਦੋਂ ਆਪਾਂ ਮੰਨਦੇ ਆ ਵੀ ਇੱਕ ਟਰਾਂਸਪੋਰਟੇਸ਼ਨ ਇਹ ਜੀ ਚੀਜ਼ ਹੈ ਜੀ ਜਿਹੜਾ ਇੱਕ ਦੇਸ਼ ਦੀ ਰੀੜ੍ਹ ਦੀ ਹੱਡੀ ਦਾ ਕੰਮ ਕਰਦੀ ਹੈ। ਬਹੁਤ ਜ਼ਿਆਦਾ ਟੈਕਸ ਦੇ ਰੂਪ ਦੇ ਵਿੱਚ ਟਰਾਂਸਪੋਰਟ ਪੈਸਾ ਦਿੰਦੀ ਹੈ ਦੇਸ਼ ਨੂੰ। ਜੇ ਪਹਿਲਾਂ ਨਵੀਂ ਗੱਡੀ ਲੈ ਕੇ ਆਉਣੇ ਆਪਾਂ ਉਹਦੇ 'ਤੇ GST 5-6 ਲੱਖ ਰੁਪਈਆ GST ਜਾਂਦਾ ਜੀ। ਫਿਰ ਅਸੀਂ ਸਟੇਟ ਗੌਰਮੈਂਟ ਦਾ ਟੈਕਸ ਲਾ ਲਓ, ਪਰਮਿਟ ਲਾ ਲਓ, ਬੀਮੇ ਦੇ ਵਿੱਚੋਂ GST ਜਾਂਦਾ। ਜੇ ਟਾਇਰ ਲਾਉਣੇ ਆ ਟਾਇਰਾਂ ਦੇ ਵਿੱਚੋਂ GST ਜਾਂਦਾ 10-10 ਹਜ਼ਾਰ ਰੁਪਈਆ, ਸਾਰਾ ਉਹ ਸਰਕਾਰ ਨੂੰ ਹੀ ਜਾਂਦਾ ਜੀ। ਤੇ ਜੇ ਆਪਾਂ ਡੀਜ਼ਲ ਪਵਾਉਂਦੇ ਆ ਤਾਂ ਡੀਜ਼ਲ 'ਤੇ ਟੈਕਸ ਹੈਗਾ, ਤਾਂ ਟੈਕਸ ਨਹੀਂ ਲੁੱਟ ਆ ਜੀ। ਇਹ ਤਾਂ ਡੀਜ਼ਲ 'ਤੇ ਤਾਂ ਜਿਹੜਾ ਆਪਾਂ ਟੈਕਸ ਨਹੀਂ ਇਹਨੂੰ ਲੁੱਟ ਕਹਿ ਸਕਦੇ ਆ। ਫਿਰ ਜਦੋਂ ਤੁਰਦੇ ਆ ਗੱਡੀ ਲੈ ਕੇ ਤਾਂ ਟੋਲ ਪਲਾਜ਼ੇ, ਇਹ ਵੀ ਇੱਕ ਟੋਲ ਪਲਾਜ਼ੇ ਰੋਡ ਟੈਕਸ ਨਹੀਂ ਜੀ, ਇਹ ਵੀ ਲੁੱਟ ਹੈ। ਜਦੋਂ ਸਰਕਾਰ ਨੇ ਸਟੇਟ ਗੌਰਮੈਂਟ ਦਾ ਟੈਕਸ ਲੈ ਲਿਆ, ਪਰਮਿਟ ਦੇ ਸਾਥੋਂ ਪੈਸੇ ਵਸੂਲ ਲਏ, ਇਹ ਰੋਡ ਟੈਕਸ ਆ ਜਿਹੜਾ ਟੋਲ ਪਲਾਜ਼ਾ, ਇਹ ਕਾਹਦਾ ਹੈ? ਰੋਡ ਟੈਕਸ ਤੁਸੀਂ ਜਦੋਂ ਗੱਡੀ ਲੈਂਦੇ ਹੋ ਉਦੋਂ ਵੀ ਤੁਹਾਡੇ ਤੋਂ ਲੈ ਲਿਆ ਜਾਂਦਾ? ਰੋਡ ਟੈਕਸ ਸਟੇਟ ਗੌਰਮੈਂਟ ਦਾ ਅਲੱਗ-ਅਲੱਗ ਟੈਕਸ ਹੁੰਦਾ ਜੀ। ਪੰਜਾਬ ਦਾ ਵੱਖਰਾ ਹੁੰਦਾ, ਜਿਵੇਂ 30,000 ਤੋਂ ਤਾਂ ਮੇਰੇ ਖਿਆਲ ਕਿਸੇ ਦਾ ਘੱਟ ਹੀ ਨਹੀਂ ਹੋਣਾ। ਆਪਣੇ ਕੋਲ ਰਾਜਸਥਾਨ ਨੰਬਰ ਗੱਡੀਆਂ 32,000 ਰੁਪਈਆ ਟੈਕਸ, 30,500 ਐਤਕੀ ਭਰਿਆ, ਜਾਂ ਕੋਈ ਘਰ ਕਰਾ ਕੇ ਜੇ ਕੋਈ ਹੋਰ ਪਰਮਿਟ ਚੱਕਣਾ ਹੁੰਦਾ ਉਦੋਂ ਨੂੰ 500-700 ਹੋਰ ਕੱਢ ਦਿੰਦੇ ਆ, ਬਕਾਇਆ ਕੱਢ ਦਿੰਦੇ ਆ। ਉਹਦਾ ਟੈਕਸ ਸਟੇਟ ਗੌਰਮੈਂਟ ਦਾ ਟੈਕਸ ਹੋ ਗਿਆ, ਆਲ ਇੰਡੀਆ ਪਰਮਿਟ ਹੋ ਗਿਆ। ਉਹ ਤੋਂ ਇਲਾਵਾ ਟੋਲ ਪਲਾਜ਼ੇ ਹੋ ਗਏ, ਉਹ ਤੋਂ ਇਲਾਵਾ ਡੀਜ਼ਲ 'ਤੇ ਤਾਂ ਲੁੱਟ ਹੈ ਨਾ, ਇਹ ਤਾਂ ਆਪਾਂ ਇਹਨੂੰ ਟੈਕਸ ਨਹੀਂ ਕਹਿ ਸਕਦੇ ਨਾ। ਇਹ ਇੰਨਾ ਕੁਝ ਹੋਣ ਤੋਂ ਬਾਅਦ ਵੀ ਜਦੋਂ ਰੋਡ 'ਤੇ ਗੱਡੀ ਚੜਾਉਣੇ ਆ ਟੋਲ ਪਲਾਜ਼ੇ, ਇਹ ਫਿਰ ਕੋਈ ਨਾ ਤਾਂ ਇਸ ਚੀਜ਼ ਨੂੰ ਕੋਈ ਟਰਾਂਸਪੋਰਟਰ ਨੂੰ ਰਾਹਤ ਹੈ, ਨਾ ਆਮ ਜਨਤਾ ਨੂੰ ਰਾਹਤ ਹੈ। ਇਹ ਆਮ ਜਨਤਾ 'ਤੇ ਵੀ ਬੋਝ ਹੀ ਹੈ। ਕੀ ਸਮਝਦੇ ਹੋ ਸਰਕਾਰ ਨੂੰ ਕੀ ਉਪਰਾਲੇ ਕਰਨੇ ਚਾਹੀਦੇ ਆ ਜਿਹੜੇ ਟਰਾਂਸਪੋਰਟੇਸ਼ਨ ਬਿਹਤਰ ਹੋ ਸਕੇ? ਸਰਕਾਰ ਨੂੰ ਤਾਂ ਜੀ ਹੁਣ ਕੀ ਦੱਸੀਏ ਵੀ ਕੀ ਉਪਰਾਲੇ ਕਰਨੇ ਚਾਹੀਦੇ ਆ। ਸਰਕਾਰ ਤਾਂ ਉਹਦੇ ਕਿਤੇ ਨੇੜੇ ਤੇੜੇ ਵੀ ਹੈ ਨਹੀਂ, ਉਪਰਾਲੇ ਕਰਨ ਦੇ ਸੋਚ ਵੀ ਨਹੀਂ ਰਹੀ। ਉਪਰਾਲੇ ਜੋ ਕਰਨੇ ਚਾਹੀਦੇ ਹੈ ਉਹ ਉਸ ਵੱਲ ਧਿਆਨ ਵੀ ਹੈ ਨਹੀਂ। ਜੇ ਧਿਆਨ ਹੈਗਾ ਤਾਂ ਕੋਈ ਚੰਦ ਪੂੰਜੀਪਤੀਆਂ ਦੇ ਵੱਲ ਹੈਗਾ ਵੀ ਉਹਨਾਂ ਬੰਦਿਆਂ ਦੇ ਮੰਨ ਲਓ ਵੀ ਵਾਸਤੇ ਸਾਰੇ ਦੇਸ਼ ਨੂੰ ਇੱਕ ਪਾਸੇ ਮਾਰ ਹੀ ਪਈ ਜਾ ਰਹੀ ਹੈ। ਜੇ ਮੰਨ ਲਓ ਰੇਲਵੇ ਦੇ ਨਿੱਜੀਕਰਨ ਨੂੰ ਲਾ ਲਓ, ਕਿਸੇ ਵੀ ਚੀਜ਼ ਦੇ ਨਿੱਜੀਕਰਨ ਨੂੰ, ਬਿਜਲੀ ਐਕਟ ਆ ਜਿਹੜਾ ਹੁਣ ਬਿਜਲੀ ਦਾ ਸਿਸਟਮ ਹੈ ਜਿਹੜਾ, ਇਹ ਵੀ ਆਈ ਜਾਂਦਾ। ਇਹ ਵੀ ਆਮ ਜਨਤਾ ਨੂੰ ਮਾਰੂ ਨੀਤੀਆਂ ਹੀ ਆ ਇਹ, ਇੱਕ ਕੋਈ 2-4 ਪੂੰਜੀਪਤੀਆਂ ਵਾਸਤੇ। ਅੱਛਾ, ਤੁਸੀਂ ਇੱਥੋਂ ਚੱਲਦੇ ਹੋ, ਮੰਨ ਲਓ 3 ਦਿਨ ਦਾ ਸਫ਼ਰ ਹੈ ਤੁਹਾਡਾ ਇੱਕ ਸਾਈਡ ਦਾ, ਜਾਂ 2 ਦਿਨ ਦਾ ਸਫ਼ਰ ਹੈ। ਉਹ 2 ਦਿਨ ਦਾ ਸਫ਼ਰ ਤੁਸੀਂ ਇੱਥੋਂ ਕਰਕੇ ਜਾਓਗੇ, ਫਿਰ 1 ਦਿਨ ਤੁਹਾਨੂੰ ਉੱਥੇ ਵੀ ਲੱਗੇਗਾ, ਫਿਰ 2 ਦਿਨ ਦਾ ਸਫ਼ਰ ਕਰਕੇ ਵਾਪਸ ਆਉਂਗੇ। ਉਹ 5-7 ਦਿਨ ਦੇ ਜਿਹੜਾ ਸਫ਼ਰ ਹੈ ਉਹ ਤੁਹਾਡਾ ਕਿੱਦਾਂ ਦਾ ਰਹਿੰਦਾ ਹੈ? ਕਿਵੇਂ ਰਾਹ 'ਚ ਰੁਕਣ ਦਾ ਤੁਹਾਡਾ ਸਿਸਟਮ ਹੁੰਦਾ ਹੈ? ਖਾਣੇ ਪਾਣੀ ਦਾ ਤੁਹਾਡਾ ਸਿਸਟਮ ਕੀ ਹੁੰਦਾ ਹੈ? ਉਹਦੇ ਬਾਰੇ ਜਾਣਨਾ ਥੋੜ੍ਹਾ ਜਿਹਾ। ਉਹਦੇ ਬਾਰੇ ਤਾਂ ਬਾਈ ਜੀ ਜਿਵੇਂ ਹੁਣ ਮੰਨ ਲਓ ਵੀ ਇੱਥੋਂ ਆਪਾਂ ਚੱਲਦੇ ਹਾਂ, ਖਾਣੇ ਪਾਣੀ ਦਾ ਤਾਂ ਹੋਟਲਾਂ ਦਾ ਇੰਤਜ਼ਾਮ ਹੁੰਦਾ ਹੈ, ਬਾਕੀ ਗੱਡੀਆਂ ਵਾਲੇ ਆਪਣਾ ਵੀ ਸਿਸਟਮ ਰੱਖ ਲੈਂਦੇ ਆ, ਅਤੇ ਉਹ ਤਾਂ ਕੋਈ ਜ਼ਿਆਦਾ ਦਿੱਕਤ ਵਾਲੀ ਗੱਲ ਨਹੀਂ। ਥੋੜ੍ਹੀ ਬਹੁਤ ਹੈ ਤਾਂ ਹੈ ਆਪਣੇ ਜਿਹੇ ਜਿਹਾ ਮਾਹੌਲ ਹੈਗਾ। ਦਿੱਕਤ ਤਾਂ ਜ਼ਿਆਦਾਤਰ ਭ੍ਰਿਸ਼ਟਾਚਾਰ ਦੀ ਹੀ ਆਉਂਦੀ ਆ। ਸਾਨੂੰ ਇੱਥੋਂ ਚੱਲ ਕੇ ਦੇਖਣਾ ਪੈਂਦਾ, ਉਹ DTO ਖੜ੍ਹਾ, ਅੱਗੇ ਦੇਖ ਲਓ ਹਨੂੰਮਾਨਗੜ੍ਹ ਵਾਲਾ ਖੜ੍ਹਾ, ਅੱਗੇ ਦੇਖ ਲਓ ਅੱਗੇ ਜੀ ਸੂਰਤਗੜ੍ਹ ਆ ਗਿਆ, ਬੀਕਾਨੇਰ ਆ ਗਿਆ। ਇਹ ਤਾਂ ਮੰਨ ਕੇ ਚੱਲੋ ਵੀ ਸਾਨੂੰ ਤਾਂ ਜ਼ਿਆਦਾਤਰ ਭ੍ਰਿਸ਼ਟਾਚਾਰ ਤੋਂ ਹੀ ਦਿੱਕਤ ਹੈ, ਹੋਰ ਆਮ ਜਨਤਾ ਤੋਂ ਕੋਈ ਦਿੱਕਤ ਨਹੀਂ, ਕੋਈ ਹੋਟਲਾਂ ਵਾਲਿਆਂ ਤੋਂ ਕੋਈ ਕਿਸੇ ਵੀ ਤਰ੍ਹਾਂ ਦੀ ਕੋਈ ਇਹੋ ਜਿਹੀ ਦਿੱਕਤ ਨਹੀਂ। ਦੂਜੀ ਗੱਲ ਹੈ, ਜੇ ਤਾਂ ਮੰਨ ਕੇ ਚੱਲੋ ਵੀ ਵਪਾਰੀ ਨੂੰ ਮਾਲ ਦੀ ਜ਼ਰੂਰਤ ਹੈਗੀ ਹੈ ਤਾਂ ਉਹ ਜਾਂਦੀ ਗੱਡੀ ਖਾਲੀ ਕਰਾ ਲੈਂਦਾ,
ਜੇ ਉਹਨੂੰ ਨਹੀਂ ਜ਼ਰੂਰਤ ਹੈਗੀ ਤਾਂ ਕੋਈ ਸੁਣਵਾਈ ਨਹੀਂ, ਜਦੋਂ ਉਹਦਾ ਜੀ ਕਰੂਗਾ ਉਦੋਂ ਗੱਡੀ ਖਾਲੀ ਕਰਾਊਗਾ ਜੀ। 2 ਦਿਨ ਵੀ ਖੜਾ ਰਹੂ, 3 ਦਿਨ ਵੀ ਖੜਾ ਰਹੂ, ਕੋਈ ਮਤਲਬ ਨਹੀਂ ਜੀ। ਗੱਡੀ ਜਿਹੜੇ ਉਹ ਖੜੀ ਰਹਿੰਦੀ ਹੈ ਗੱਡੀ, ਉਹਦਾ ਵੀ ਕੋਈ ਚਾਰਜੇਬਲ ਹੁੰਦਾ? ਕੁਛ ਨਹੀਂ ਮਿਲਦਾ ਜੀ। ਗੱਡੀ ਨੂੰ ਆਪਣਾ ਗਡਾਊਨ ਬਣਾ ਕੇ ਠੱਲ ਲੈਂਦੇ ਆ, ਕੋਈ ਚਾਰਜ ਨਹੀਂ ਮਿਲਦਾ। ਜੇ ਕਿਸੇ ਟਰਾਂਸਪੋਰਟਰ ਨੂੰ ਫੋਨ ਕਰੀਏ ਤਾਂ ਉਹ ਮੰਨ ਲਓ ਕਹਿ ਦਿੰਦਾ ਵੀ ਕਰਵਾਉਂਦੇ ਆ ਕਹਿ ਕੇ ਇੱਕ ਵਾਰੀ ਸੁਣਵਾਈ ਕੋਈ ਨਹੀਂ, ਅੱਖਾਂ ਠੰਡੀਆਂ ਕਰ ਦਿੰਦੇ ਨੇ। ਦੂਜੀ ਗੱਲ, ਜੇ ਜ਼ਿਆਦਾ ਖਿੱਚ ਕੇ ਕਹਿ ਦਿੰਦੇ ਆ ਤਾਂ ਉਹ ਆਪਾਂ ਨੂੰ ਗਾਂਹ ਵਾਸਤੇ ਕੀ ਆ, ਗੱਡੀ ਭਰਵਾਉਣ ਤੋਂ ਥੋੜ੍ਹਾ ਜਿਹਾ ਇਨਕਾਰ ਕਰਨ ਲੱਗ ਜੂ। ਇਸ ਵਾਸਤੇ ਅਗਲਾ ਕਹਿੰਦਾ ਜੀ ਚਲੋ ਇੱਕ ਦਿਹਾੜੀ ਇੱਥੇ ਖਰਾਬ ਕਰ ਲੈਂਦੇ ਹਾਂ, ਇਹ ਚੱਕਰ ਹੈ ਜੀ। ਅੱਛਾ, ਤੁਸੀਂ 7-7 ਦਿਨ ਘਰੋਂ ਬਾਹਰ ਰਹਿੰਦੇ ਹੋ, ਉਦੋਂ ਜਦੋਂ ਤੁਸੀਂ ਬਾਹਰ ਹੁੰਦੇ ਹੋ ਫੈਮਿਲੀ ਨੂੰ ਬਹੁਤ ਦਿੱਕਤਾਂ ਆਉਂਦੀਆਂ, ਕਿਉਂਕਿ ਬੱਚੇ ਜਿਹੜੇ ਪੜ੍ਹਦੇ ਨੇ ਉਹਨੂੰ ਇੱਕ ਪਿਓ ਦਾ ਡਰ ਵੀ ਹੁੰਦਾ ਹੈ, ਉਹਦੇ ਪਿੱਛੋਂ ਪੜ੍ਹਾਈ 'ਤੇ ਵੀ ਅਸਰ ਪੈਂਦਾ ਹੈ, ਫਿਰ ਘਰੇ ਕਿਸੇ ਸਮਾਨ ਦੀ ਲੋੜ ਆ ਉਹਦਾ ਵੀ ਦਿੱਕਤ ਹੈ। ਕੀ ਸਮਝਦੇ ਹੋ ਇਹਨੂੰ ਫਾਸਟ ਕਰਨ ਵਾਸਤੇ ਵੀ ਲੋਕ ਵਾਪਸੀ ਆਥਣ ਤੱਕ ਜਾਂ ਅਗਲੇ ਦਿਨ ਵਾਪਸੀ ਘਰੇ ਪਹੁੰਚ ਸਕਣ? ਸਰਕਾਰ ਨੂੰ ਕੋਈ ਉਪਰਾਲੇ ਇਹੋ ਜਿਹੇ ਕਰਨੇ ਚਾਹੀਦੇ ਹੈ? ਤੇ ਉਹ ਤਾਂ ਹੀ ਮੰਨ ਲਓ ਵੀ ਜਿਹੇ ਜਿਹਾ ਰੂਟ ਹੁੰਦਾ ਹੈ ਉਹ ਤਾਂ ਟਾਈਮ ਤੇ ਲੱਗਣਾ ਹੀ ਆ ਉਹੋ ਜਿਹਾ। ਜੇ ਮੰਨ ਲਓ ਆਪਾਂ ਕੋਈ ਬਾਹਰ ਦਾ ਕੰਮ ਕਰਦੇ ਹਾਂ, ਦਿੱਕਤਾਂ ਤਾਂ ਉਹ ਤਾਂ ਹਰ ਇੱਕ ਬੰਦੇ ਨੇ ਆਪੋ ਆਪਣੀਆਂ ਦੇਖਣੀਆਂ, ਪਰ ਆਪਾਂ ਤਾਂ ਇਹ ਗੱਲ ਕਹਿੰਦੇ ਆ ਵੀ ਜੇ ਕੋਈ ਬੰਦਾ ਦਿੱਕਤਾਂ ਦਾ ਸਾਹਮਣਾ ਕਰਕੇ ਵੀ ਉਹਨੂੰ ਕੋਈ 2 ਰੁਪਏ ਨਹੀਂ ਬਣੀ ਜਾਂਦੇ ਤਾਂ ਸਰਕਾਰ ਦੀ ਮਾੜੀ ਗੱਲ ਹੈ। ਹੁਣ ਆਪਾਂ ਕੋਈ ਵੀ ਬੰਦਾ ਇੱਥੇ ਕੰਮ ਕਰਦਾ, ਆਪਾਂ ਇਹ ਨਹੀਂ ਸੋਚਦੇ ਵੀ ਆਪਣੇ ਬੱਚੇ ਵੀ ਪੜ੍ਹ ਲਿਖ ਕੇ ਇੱਥੇ ਕੋਈ ਇਹ ਕੰਮ ਕਰ ਲੈਣ। ਆਪਾਂ ਸੋਚਦੇ ਆ ਇੱਥੇ ਇਹੋ ਜਿਹੀ ਮਾੜੀ ਸਰਕਾਰ ਦੀਆਂ ਮਾੜੀਆਂ ਨੀਤੀਆਂ, ਦੇਸ਼ ਨਹੀਂ ਮਾੜਾ, ਦੇਸ਼ ਨੂੰ ਚਲਾਉਣ ਵਾਲੇ ਜਿਹੜੀਆਂ ਸਰਕਾਰਾਂ ਆਉਂਦੀਆਂ ਇਹਨਾਂ ਦੀਆਂ ਨੀਤੀਆਂ ਮਾੜੀਆਂ ਤੋਂ ਆਪਾਂ ਤਾਂ ਇੰਨੇ ਦੁਖੀ ਐ ਵੀ ਆਪਾਂ ਸੋਚਦੇ ਆਂ ਵੀ ਇੱਥੋਂ ਬੱਚਿਆਂ ਨੂੰ ਵੀ ਪੜ੍ਹਾ ਕੇ ਥੋੜ੍ਹਾ ਜਿਹਾ ਬਾਹਰ ਭੇਜਿਆ ਜਾਵੇ ਨਾ, ਆਹ ਮਾੜੇ ਸਿਸਟਮ 'ਚੋਂ ਕੱਢਿਆ ਜਾਵੇ ਤਾਂ ਵਧੀਆ ਗੱਲ ਹੈ। ਇੱਥੋਂ ਆਹ ਮਾੜੇ ਸਿਸਟਮ ਤੋਂ ਅਸੀਂ ਤਾਂ ਦੁਖੀ ਆ ਚੁੱਕੇ ਆਂ। ਆਉਣ ਵਾਲੀ ਪੀੜ੍ਹੀ ਮੰਨ ਕੇ ਚੱਲੋ, ਬੱਚੇ ਪੜ੍ਹੇ ਲਿਖੇ ਉਹ ਇਹੋ ਜਿਹੇ ਭ੍ਰਿਸ਼ਟ ਸਿਸਟਮ ਦੇ ਵਿੱਚ ਨਹੀਂ ਕੰਮ ਕਰ ਸਕਣਗੇ ਜੀ। ਅੱਛਾ, ਜਿਹੜੇ ਤੁਸੀਂ ਵਹੀਕਲ ਯੂਜ਼ ਕਰਦੇ ਹੋ, ਘੋੜੇ ਯੂਜ਼ ਕਰਦੇ ਹੋ, ਉਹ ਕਿੰਨੇ ਕੁ ਆਰਾਮਦਾਇਕ ਹੁੰਦੇ ਨੇ? ਕਿਉਂਕਿ ਤੁਸੀਂ ਇੱਥੋਂ ਚੱਲਣਾ ਹੈ 1-1000 ਕਿਲੋਮੀਟਰ ਜਾਣਾ ਹੈ ਤਾਂ ਕਿਤੇ ਨਾ ਕਿਤੇ ਸੌਣਾ ਵੀ ਉਸੇ 'ਚ ਹੈ, ਰਹਿਣਾ ਵੀ ਹੈ, ਸਾਰਾ ਦਿਨ ਚਲਾਉਣੀ ਵੀ ਹੈ, ਉਹ 'ਚ ਦਿੱਕਤਾਂ ਆਉਂਦੀਆਂ ਨੇ ਜਾਂ ਠੀਕ ਹੈ? ਉਹ ਤਾਂ ਹੀ ਵੈਸੇ ਆਪਣੇ ਹਾਲਾਤਾਂ ਦੇ ਹਿਸਾਬ ਨਾਲ ਤਾਂ ਜੇ ਜਾਂ ਇੱਥੇ ਸਿਸਟਮ ਹੈ ਉਵੇਂ ਤਾਂ ਠੀਕ ਹੈ। ਜੇ ਆਪਾਂ ਬਾਹਰਲਿਆਂ ਨਾਲ ਮਤਲਬ ਕੰਪੈਰੀਜ਼ਨ ਕਰੀਏ ਤਾਂ ਉਹਨਾਂ ਦੇ ਮੁਕਾਬਲੇ ਤਾਂ ਕੁਝ ਵੀ ਨਹੀਂ। ਅੱਛਾ ਬਾਈ ਜੀ, ਮੈਂ ਫੇਰ ਉਸੇ ਗੱਲ 'ਤੇ ਆਉਣਾ ਹੈ ਕਿ ਜਿਹੜਾ ਡਰਾਈਵਰ ਲਾਈਨ ਹੈ ਬਹੁਤ ਬਦਨਾਮ ਹੈ। ਨਸ਼ੇ ਵਾਲੇ ਪੱਖੋਂ ਜੇ ਆਪਾਂ ਗੱਲ ਕਰੀਏ ਤਾਂ ਬਹੁਤ ਲੋਕ ਜਿਹੜੇ ਡਰਾਈਵਰ ਨੇ ਉਹ ਨਸ਼ਾ ਕਰਦੇ ਆ। ਉਹਨਾਂ ਦਾ ਮੇਨ ਕਾਰਨ ਹੁੰਦਾ ਹੈ ਕਿ ਸਾਡੇ ਤੋਂ ਉੱਦਾਂ ਗੱਡੀ ਨਹੀਂ ਚੱਲਦੀ ਜਾਂ ਹੋਰ ਹੈ। ਕਿੰਨਾ ਕੁ ਤੁਸੀਂ ਸੱਚ ਮੰਨਦੇ ਹੋ ਇਹਨੂੰ ਕਿ ਨਸ਼ੇ ਤੋਂ ਬਿਨਾਂ ਗੱਡੀ ਚੱਲ ਸਕਦੀ ਹੈ ਜਾਂ ਨਹੀਂ ਚੱਲ ਸਕਦੀ? ਬਿਲਕੁਲ ਚੱਲ ਸਕਦੀ। ਬਕਸਰ ਦੇਖੋ ਜਿਹੜੇ ਗੱਡੀ ਕੱਚੇ ਮਾਲ ਤੇ ਚੱਲਦੀਆਂ ਜੀ, ਉਹ ਡਰਾਈਵਰ ਹੈ ਦੇ ਵਿੱਚ ਖਾਂਦੇ ਆ ਜੀ, ਨੀਂਦ ਆਉਂਦੀ ਹੈ, ਇਕੱਲੇ ਚਲਾਉਣ ਵਾਲੇ ਹੁੰਦੇ ਆ। ਬਕਸਰ ਮੈਂ ਜਿੱਥੋਂ ਤੱਕ ਮੇਰਾ ਆਈਡੀਆ ਵੀ ਮੈਂ ਤਾਂ ਕੋਈ ਨਸ਼ਾ ਪਤਾ ਕਦੇ ਕਰਿਆ ਨਹੀਂ ਜੀ, ਵੀ ਮੈਨੂੰ ਤਾਂ ਸਮਝ ਕੋਈ ਪ੍ਰੋਬਲਮ ਆਉਂਦੀ ਨਹੀਂ। ਜਿਹੜੇ ਖਾਂਦੇ ਆ, ਜਿਹੜਾ ਸ਼ੁਰੂਆਤ ਹੀ ਹੈ ਜੀ ਉਹਦੇ ਵਿੱਚ ਤਾਂ ਪ੍ਰੋਬਲਮ ਹੈਗੀ। ਜਿਹੜਾ ਬੰਦਾ ਖਾਂਦਾ ਜੀ, ਮੰਨ ਲਓ ਦੂਰ ਦੇ ਕੱਚੇ ਮਾਲ ਆਉਂਦਾ ਹੈ, ਗੱਡੀ ਲੈ ਕੇ ਗੱਡੀਆਂ ਆਉਂਦੀਆਂ, ਠੀਕ ਹੈ ਜੀ, ਟਾਈਮ 'ਤੇ ਨਹੀਂ ਗੱਡੀ ਪਹੁੰਚਦੀ, ਇਕੱਲੇ ਜਣੇ ਹੁੰਦੇ ਜੀ, ਉਹਨਾਂ ਨੂੰ ਬਿਨਾਂ ਨਸ਼ੇ ਤੋਂ ਪ੍ਰੋਬਲਮ ਆਉਂਦੀ ਹੈ। ਵੀ ਨਸ਼ੇ ਵਾਲੀ ਗੱਲ ਹੈਗੀ ਹੈ, ਇਕੱਲਾ ਕੋਈ ਡਰਾਈਵਰ ਮਹਿਕਮਾ ਹੀ ਨਹੀਂ ਨਸ਼ਾ ਕਰੀ ਜਾਂਦਾ, ਆਪਣੇ ਬਾਹਰ ਦੇ ਹਾਲਾਤ ਵੀ ਦੇਖ ਲਓ ਤੁਸੀਂ ਕਿਹੋ ਜਿਹੇ ਹੈ। ਅਸੀਂ ਤਾਂ ਇਹ ਸਮਝਦੇ ਹਾਂ ਵੀ ਜਿੰਨਾ ਬੰਦਾ ਵਿਹਲਾ ਹੋਊਗਾ ਉਹ ਪੁੱਠੇ ਕੰਮ ਹੀ ਕਰੂਗਾ ਜੀ। ਉਹੀ ਬੰਦਾ ਮੰਨ ਲਓ ਨਸ਼ਾ ਕਰੂਗਾ ਜਾਂ ਕੋਈ ਹੋਰ ਹਰਕਤਾਂ ਕਰੂਗਾ। ਤੇ ਹੁਣ ਆਪਣੇ ਅਸੀਂ ਤਾਂ ਕੋਈ ਡਰਾਈਵਰ ਇਸ ਤਰ੍ਹਾਂ ਦਾ ਵੀ ਜਿਹੜੇ ਅੱਜ ਕੱਲ੍ਹ ਮੁੰਡੇ ਇੰਜੈਕਸ਼ਨ ਜੇ ਲਾਉਂਦੇ ਆ, ਟੀਕੇ ਟੂਕੇ ਜੇ ਲਾਉਂਦੇ ਆ, ਅਸੀਂ ਕੋਈ ਡਰਾਈਵਰ ਨਹੀਂ ਦੇਖਿਆ। ਤੇ ਬਾਹਰ ਆਪਾਂ ਆਮ ਮੁੰਡੇ ਇਹ ਜਿਹੇ ਦੇਖਦੇ ਹਾਂ, ਆਪਾਂ ਲੋਕਲੀ ਗਰਾਊਂਡ ਰਿਪੋਰਟ ਆਈ ਇਹ ਜਿਹੀਆਂ ਹਰਕਤਾਂ ਰੋਜ਼ ਹੀ ਦੇਖਦੇ ਹਾਂ। ਉਹ ਤਾਂ ਜੇ ਕਿਸੇ ਨੇ ਕਰਨਾ ਹੀ ਮੰਨ ਲਓ ਵੀ ਜੇ ਕਿਸੇ ਨੇ ਆਪਣੇ ਮਨ 'ਤੇ ਕੰਟਰੋਲ ਆਈ, ਉਹ ਤਾਂ ਕੋਈ ਇਹ ਨਹੀਂ ਵੀ ਉਹਨੂੰ ਡਰਾਈਵਰੀ ਲੈਣ 'ਚੋਂ ਨਸ਼ਾ ਸਿੱਖ ਜਾਂਦਾ ਜਾਂ ਕੋਈ ਹੋਰ ਹੈ। ਇਹ ਤਾਂ ਜੀ ਜੇ ਮੰਨ ਕੇ ਚੱਲੋ ਮਾੜੀ ਸੰਗਤ ਤਾਂ ਇੱਥੇ ਲੋਕਲ ਆਮ ਤੁਰੇ ਫਿਰਦੇ ਵੀ ਹੋ ਜਾਂਦੀ ਹੈ, ਅਤੇ ਉਹੋ ਜਿਹਾ ਕੰਮ ਹੀ ਹੈ ਜੀ ਸਿਸਟਮ। ਜਦੋਂ ਤੁਸੀਂ ਗੱਡੀ ਚਲਾਉਂਦੇ ਹੋ ਤਾਂ ਤੁਸੀਂ ਰੂਲ ਜਿਹੜੇ ਹੈਗੇ ਨੇ ਇੰਡੀਅਨ ਗੌਰਮੈਂਟ ਦੇ, ਉਹ ਕਿੰਨਾ ਕੁ ਫੋਲੋ ਕਰਦੇ ਹੋ? ਕਿਉਂਕਿ ਇੱਕ ਵੱਡੇ ਸਵਾਲ ਹੁੰਦੇ ਆ ਕਿ ਟਰੱਕ ਡਰਾਈਵਰ ਜਿਹੜੇ ਹੈਗੇ ਨੇ ਉਹ ਰੂਲ ਨਹੀਂ ਦਿੰਦੇ। ਉਹਨਾਂ ਨੇ ਤਾਂ ਬਸਾਬ ਦੀ ਗੱਡੀ ਸਿੱਧੀ ਰੱਖਣੀ ਹੈ, ਉਹਨਾਂ ਨੂੰ ਕੋਈ ਮਤਲਬ ਨਹੀਂ ਕਿਸੇ ਨਾਲ ਐਕਸੀਡੈਂਟ ਹੁੰਦਾ ਹੈ ਜਾਂ ਹੋਰ ਹੈ। ਉਹਨੂੰ ਤੁਸੀਂ ਕਿੰਨਾ ਕੁ ਸਹੀ ਮੰਨਦੇ ਹੋ? ਇਹ ਤਾਂ ਜੀ ਇੱਕ ਫਾਲਤੂ ਗੱਲਾਂ ਹੈ, ਇੱਕ ਕਹਿਣ ਦੀਆਂ ਗੱਲਾਂ ਜੀ। ਜੇ ਆਪਾਂ ਰੋਡ 'ਤੇ ਚੱਲ ਕੇ ਗਰਾਊਂਡ ਰਿਪੋਰਟ ਦੇਖੀਏ ਉੱਥੇ ਪਤਾ ਲੱਗਦਾ ਜੀ ਵੀ ਉਹ ਰੂਲ ਨਹੀਂ ਫੋਲੋ ਕਰਦਾ ਜਾਂ ਕੋਈ ਵੀ ਹੈ। ਇਹ ਤਾਂ ਸਿਸਟਮ ਹੈ ਜੀ, ਜਿਹੜੇ ਲੋਕਲ ਬੰਦੇ ਆ ਮੰਨ ਲਓ ਵੀ ਇਹਨਾਂ ਨੂੰ ਕੋਈ ਡਰਾਈਵਰੀ ਬਾਰੇ ਕੋਈ ਨੌਲੇਜ ਹੁੰਦੀ ਨਹੀਂ, ਰੋਡ 'ਤੇ ਚੜ੍ਹਨਾ ਕਿੱਦਾਂ, ਆਸੇ ਪਾਸੇ ਨਹੀਂ ਦੇਖਣਾ, ਕੋਈ ਕਾਰ ਵਾਲਾ ਆ ਗਿਆ ਜਾਂ ਮੋਟਰਸਾਈਕਲ ਵਾਲਾ ਆ ਗਿਆ,
ਅੱਜ ਕੱਲ੍ਹ ਦਾ ਡਰਾਈਵਰੀ ਵਾਲਾ ਧੰਦਾ ਹੀ ਬਹੁਤ ਔਖਾ ਹੋ ਗਿਆ। ਪਹਿਲਾਂ ਤਾਂ ਕੋਈ ਮੰਨ ਲਓ ਵੀ ਟ੍ਰੈਫਿਕ ਜਾਂ ਘੱਟ ਹੁੰਦਾ ਸੀ, ਜਾਂ ਕੋਈ ਇਹੋ ਜਿਹਾ ਕੋਈ ਇੱਕ ਅੱਧਾ ਹੁੰਦਾ ਸੀ ਜਿਹਨੇ ਮੰਨ ਲਓ ਵੀ ਆਸੇ-ਪਾਸੇ ਦੇਖੇ ਤੋਂ ਬਿਨਾਂ ਗੱਡੀ ਰੋਡ ਤੇ ਚੜਾ ਦੇਣੀ ਹੈ। ਅੱਜ ਕੱਲ੍ਹ 70% ਹੋ ਗਿਆ ਜੀ ਇਹ ਚਾਂਸ। ਔਰ ਦਿਨਾਂ ਦੇਖਣਾ ਹੈ ਨਹੀਂ ਕਿਸੇ ਪਾਸੇ, ਆਉਂਦੀ ਹੈ ਕਾਰ ਸਿੱਧੀ ਰੋਡ ਤੇ, ਆਉਂਦੀ ਹੈ ਕਾਰ ਸਿੱਧੀ ਰੋਡ ਤੇ। ਜਿੱਥੇ ਜ਼ਿਆਦਾ ਟ੍ਰੈਫਿਕ ਵਾਲੇ ਏਰੀਏ ਦੇ ਵਿੱਚ ਤਾਂ ਸਾਨੂੰ ਦਿਨੇ ਚੱਲਣਾ ਹੀ ਇਸ ਕਰਕੇ ਔਖਾ ਹੋ ਜਾਂਦਾ ਵੀ ਦਿਨੇ ਚੱਲਦੀ ਨਹੀਂ, ਅਸੀਂ ਰਾਤ ਨੂੰ ਹੀ ਗੱਡੀ ਚਲਾਉਣੇ ਜੀ। ਅੱਛਾ ਬਾਈ ਜੀ, ਮੇਰਾ ਇਹ ਸਵਾਲ ਵੀ ਸੀਗਾ ਕਿ ਹੁਣ ਅਗਲੇ ਦਿਨਾਂ 'ਚ ਗਰਮੀ ਹੁਣ ਵੀ ਬਹੁਤ ਵੱਧ ਚੁੱਕੀ ਹੈ, ਅਗਲੇ ਦਿਨਾਂ ਦੇ ਵਿੱਚ ਗਰਮੀ ਬਹੁਤ ਜ਼ਿਆਦਾ ਹੋ ਜਾਂਦੀ ਹੈ, ਤੇ ਫਿਰ ਗੱਡੀ ਚਲਾਉਣਾ ਪੋਸੀਬਲ ਹੁੰਦਾ ਹੈ? ਕਿਉਂਕਿ ਇੱਕ ਤਾਂ ਬਹੁਤ ਜ਼ਿਆਦਾ ਗਰਮੀ ਹੈ, ਫਿਰ ਸਾਡੀ ਜਿਹੜੀ ਰੋਡ ਹੈ ਉਹ ਬਹੁਤ ਤਪਦੀ ਹੁੰਦੀ ਹੈ, ਉਹਦੇ ਕਰਕੇ ਰੋਡਾਂ ਤਪਣ ਕਰਕੇ ਟਾਇਰ ਵੀ ਗਰਮ ਹੁੰਦੇ ਹੈ, ਵਿੱਚ ਬੈਠੇ ਬੰਦੇ ਨੂੰ ਵੀ ਗਰਮੀ ਲੱਗਦੀ ਹੈ। ਉਹ ਕਿੰਨਾ ਕੁ ਪੋਸੀਬਲ ਹੈ ਦਿਨੇ ਚਲਾਉਣੀ? ਦਿਨੇ ਤਾਂ ਮੰਨ ਲਓ ਜੀ ਗਰਮੀ ਦੇ ਵਿੱਚ ਤਾਂ ਕੋਈ ਨਹੀਂ ਚੱਲਦੀ ਜੀ ਗੱਡੀ, ਉਹਦਾ ਜਾਂ ਸਵੇਰ ਸ਼ਾਮ ਠੰਡੇ ਟਾਈਮ 'ਚ ਜਾਂ ਰਾਤ ਨੂੰ ਜੀ। ਤਾਂ ਗਰਮੀ ਦੇ ਵਿੱਚ ਦਿਨੇ ਬੰਦੇ ਨੂੰ ਵਿੱਚ ਬੈਠਣਾ ਵੀ ਔਖਾ। ਹੁਣ ਅੱਜ ਕੱਲ੍ਹ ਤਾਂ ਜਿਹੜੀਆਂ ਨਵੀਆਂ ਗੱਡੀਆਂ ਆ ਰਹੀਆਂ ਉਹਨਾਂ 'ਚ ਤਾਂ ਏਸੀ ਸਿਸਟਮ ਆਉਂਦਾ ਹੀ, ਪਰ ਜਿਹੜੀਆਂ ਪਹਿਲੇ ਵਾਲੀਆਂ ਉਹਨਾਂ ਦੇ ਵਿੱਚ ਕੋਈ ਨਹੀਂ ਏਸੀ ਸਿਸਟਮ। ਉਹ ਤਾਂ ਗਰਮੀ ਦੇ ਵਿੱਚ ਰਾਤ ਨੂੰ ਵੀ ਚਲਾਉਣੀਆਂ ਤਾਂ ਵੈਸੇ ਔਖੀਆਂ, ਪਰ ਜੇ ਕੰਮ ਹੈ ਤਾਂ ਇਹ ਤਾਂ ਕਰਨਾ ਹੀ ਪੈਂਦਾ ਜੀ। ਅੱਛਾ, ਜਿਹੜੀਆਂ ਹੁਣ ਤੁਸੀਂ ਗੱਲ ਕੀਤੀ ਨਵੀਆਂ ਗੱਡੀਆਂ ਨੇ ਜਿਹੜੀਆਂ ਉਹ ਏਸੀ ਵਾਲੀਆਂ ਆ ਗਈਆਂ, ਕਾਮਯਾਬ ਨੇ ਉਹ ਗੱਡੀਆਂ? ਕਿਉਂਕਿ ਇੰਡੀਅਨ ਗੌਰਮੈਂਟ ਦੀ ਪਹਿਲੀ ਪਹਿਲ ਹੈ ਇਹ ਕਿ ਛੋਟੀਆਂ ਗੱਡੀਆਂ ਤੋਂ ਬਾਅਦ ਹੁਣ ਜਿਹੜੇ ਟਰੱਕ ਨੇ ਉਹਨਾਂ ਨੂੰ ਥੋੜ੍ਹੀ ਸਹੂਲੀਅਤ ਦਿੱਤੀ ਜਾਵੇ, ਉਹਨਾਂ ਨੂੰ ਏਸੀ ਵਾਲਾ ਕੀਤਾ ਜਾਵੇ, ਤੇ ਇਹ ਕਾਮਯਾਬ ਹੈ ਕੰਮ? ਇਕੱਲਾ ਉਹਨਾਂ ਦੇ ਵਿੱਚ ਏਸੀ ਵਾਲਾ ਨਹੀਂ ਜੀ, ਇਹਨਾਂ ਨੇ ਹੁਣ ਜਿਵੇਂ ਸੈਂਸਰ ਸਿਸਟਮ ਜ਼ਿਆਦਾ ਦੇਤਾ ਜੀ, ਉਹਦੇ 'ਚ ਮਤਲਬ ਵਾਇਰਿੰਗ ਹੀ ਜ਼ਿਆਦਾ ਦੇਤੀ। ਅਗਰ ਆਪਣੇ ਇੱਥੇ ਰੋਡਾਂ ਦਾ ਸਿਸਟਮ ਜੇ ਜਾਂ ਹੈਗਾ ਐਡਾ ਕੋਈ ਖਾਸ ਵਧੀਆ ਨਹੀਂ। ਜੇ ਕੋਈ ਗੱਡੀ ਦਾ ਐਕਸੀਡੈਂਟ ਵਗੈਰਾ ਹੁੰਦਾ ਹੈ, ਵਾਇਰਿੰਗ ਜ਼ਿਆਦਾ ਹੈ, ਅੱਗ ਲੱਗਣ ਦੇ ਜ਼ਿਆਦਾ ਚਾਂਸ ਹੈ। ਦੂਜੇ ਗੱਲ ਉਹ ਸੈਂਸਰ ਸਿਸਟਮ ਆਪਣੇ ਉਰੇ ਇੱਥੇ ਕਾਮਯਾਬ ਹੀ ਹੈ ਨਹੀਂ ਜੀ, ਚੱਲਦਾ ਹੀ ਨਹੀਂ ਗਾ ਜੀ। ਜੇ ਕਿਤੇ ਗੱਡੀ ਬੰਦ ਹੋ ਜਾਂਦੀ ਹੈ ਤਾਂ ਆਮ ਮਿਸਤਰੀ ਨੂੰ ਜਾਂ ਕਿਸੇ ਚੰਗੇ ਨੂੰ ਵੀ ਸਮਝ ਨਹੀਂ ਆਉਂਦੀ ਜੀ ਇਹਦੇ 'ਚ ਨੁਕਸ ਕੀ ਪੈ ਗਿਆ ਜੀ। ਉਹ 4-4 5-5 ਦਿਨ ਜੇ ਇੱਕ ਜਗ੍ਹਾ ਤੋਂ ਕੋਈ ਮਤਲਬ ਵਾਇਰ ਸ਼ਾਰਟ ਹੋ ਗਈ ਤਾਂ ਉਹ 4-4 5-5 ਦਿਨ ਕਿਸੇ ਨੂੰ ਸਮਝ ਹੀ ਨਹੀਂ ਆਉਂਦੀ, ਗੱਡੀ ਖੜੀ ਰਹਿੰਦੀ ਹੈ ਜੀ। ਵੀ ਏਸੀ ਵਾਲਾ ਸਿਸਟਮ ਤਾਂ ਚਲੋ ਵਧੀਆ ਹੈ ਜੇ ਸਹੂਲਤ ਦਿੱਤੀ ਆ ਤਾਂ, ਪਰ ਜਿਹੜਾ ਅੱਗੇ ਸਿਸਟਮ ਦਿੱਤਾ ਇਹਨਾਂ ਨੇ ਉਹ ਹਲੇ ਆਪਣੇ ਇੱਥੇ ਕਾਮਯਾਬ ਹੋਣ ਵਾਲਾ ਹੈ ਨਹੀਂ ਜੀ। ਅੱਛਾ ਬਾਈ ਜੀ, ਜਦੋਂ ਤੁਸੀਂ ਟਰੱਕ ਲੈ ਕੇ ਘਰੋਂ ਨਿਕਲਦੇ ਹੋ ਤਾਂ ਕਿੰਨਾ ਕੁ ਤੁਹਾਡੇ ਘਰਦਿਆਂ ਨੂੰ ਪਿੱਛੇ ਫਿਕਰ ਰਹਿੰਦਾ ਹੈ? ਕਿਉਂਕਿ ਇੱਕ ਵੱਡੀ ਗੱਲ ਹੁੰਦੀ ਹੈ ਕਿ ਟਰੱਕ ਵਾਲਿਆਂ ਨੂੰ ਲੋਕ ਲੁੱਟ ਲੈਂਦੇ ਆ, ਉਹਨਾਂ ਨੂੰ ਜੇ ਕਣਕ ਭਰੀ ਹੈ ਤਾਂ ਪਿੱਛੋਂ ਗੱਟੇ ਲਾ ਲੈਣੇ ਹੈ ਜਾਂ ਗੱਡੀ ਰੋਕ ਕੇ ਉਹਨਾਂ ਤੋਂ ਪੈਸੇ ਲੁੱਟ ਲੈਣੇ। ਇਹ ਗੱਲ ਕਿੰਨੀ ਕੁ ਸੱਚ ਹੈ? ਸੱਚ ਹੀ ਹੈ ਜੀ। ਘਰਦਿਆਂ ਨੂੰ ਫਿਕਰ ਹੁੰਦਾ ਹੀ ਪਿੱਛੇ ਜੀ, ਜਦੋਂ ਆਪਾਂ ਘਰ ਛੱਡ ਕੇ ਜਾਂਦੇ ਜੀ ਘਰਦਿਆਂ ਨੂੰ ਤਾਂ ਫਿਕਰ ਹੁੰਦਾ ਹੀ ਹੈ ਜੀ। ਬਕਸਰ ਇਹ ਕੋਈ ਏਰੀਏ ਹੈਗੇ ਨੇ ਜਿਹੜੇ ਤੁਸੀਂ ਚੱਲਦੇ ਹੋ ਤੇ ਆ ਮਤਲਬ ਡਿਸਕਲੋਜ਼ ਕਰਨਾ ਚਾਹੋ ਤੁਸੀਂ ਵੀ ਆਹ ਏਰੀਏ ਹੈ ਜਿੱਥੇ ਲੁੱਟ ਖੋਹ ਪੱਕਾ ਹੀ ਹੁੰਦੀ ਹੈ? ਲੁੱਟ ਖੋਹ ਤਾਂ ਹੁਣ ਡੱਬ ਵਾਲੀ ਤੋਂ ਲੈ ਗਈ ਜੀ ਤੇ ਪਠਾਨਕੋਟ ਤੇ ਕਰਸੌਂਦਾ ਡਰ ਹੀ ਹੈ ਜੀ। ਆਹ ਕੁਝ ਦਿਨ ਪਹਿਲਾਂ ਆਪਣੇ ਬਠਿੰਡੇ ਵੀ ਮੇਰੀ ਗੱਡੀ ਨੂੰ ਬੰਦੇ ਪਏ ਜੀ। ਪੁਲਿਸ ਵਾਲਿਆਂ ਨੂੰ ਫੋਨ ਕਰਿਆ ਜੀ, ਕੋਈ ਨਹੀਂ ਉੱਥੇ ਪਹੁੰਚਿਆ ਜੀ। ਅਸੀਂ ਗਏ ਹਾਂ 12 ਵਜੇ, 10-15 ਦਿਨਾਂ ਦੀ ਗੱਲ ਹੈ ਜੀ, ਕੋਈ ਨਹੀਂ ਪਹੁੰਚਿਆ ਜੀ। ਫਿਰ ਤਰਨਤਾਰਨ ਏਰੀਏ ਦੇ ਵਿੱਚ ਸਾਨੂੰ ਆਪ ਨੂੰ ਬੰਦੇ ਪਏ ਜੀ। ਕਿੱਥੇ ਅਸੀਂ ਸੇਫ ਰਹਾਂਗੇ ਜੀ? ਅਸੀਂ ਤਾਂ ਕਿਤੇ ਨਹੀਂ ਵੀ ਸਾਨੂੰ ਆਹ ਸੇਫ ਜਗ੍ਹਾ ਲੱਗਦੀ ਹੈ ਜੀ। ਅੱਛਾ, ਉਹ ਕਿਵੇਂ ਕਰਦੇ ਆ? ਉਹ ਜਿਹੜੇ ਬੰਦੇ ਪੈਂਦੇ ਉਹ ਕਿਵੇਂ ਕਰਦੇ ਆ, ਕਿਵੇਂ ਰੋਕਦੇ ਗੱਡੀ? ਉਹ ਮੋਟਰਸਾਈਕਲ ਲਾ ਲੈਂਦੇ ਆ ਜੀ, ਕਾਰ ਲਾ ਲੈਂਦੇ ਆ। ਐਡੀ ਗੱਡੀ ਨੂੰ ਰੋਕਣਾ ਤਾਂ ਬਾਈ ਜੀ ਫਿਰ ਔਖਾ ਹੈ। ਐਡੀ ਗੱਡੀ ਹੈ ਜਦੋਂ ਮੋਟਰਸਾਈਕਲ ਜਾਂ ਗੱਡੀ ਨਾਲ ਤਾਂ ਜੇ ਤੁਸੀਂ ਜੋ ਤੁਹਾਨੂੰ ਪਤਾ ਤੁਹਾਡੀ ਜਾਨ ਤੇ ਹੈ ਤੁਸੀਂ ਉਹਦੇ ਵਿੱਚ ਮਾਰੋ ਤਾਂ ਉਹ ਚੀਜ਼ ਉਹਨਾਂ ਨੂੰ ਨਹੀਂ ਲੱਗਦਾ ਕਿ ਉਹਨਾਂ ਦੀ ਜਾਨ ਨੂੰ ਖਤਰਾ ਹੋ ਸਕਦਾ ਜੀ? ਲੱਗਦਾ ਹੈ ਜੀ। ਹੁਣ ਜੇ ਆਪਾਂ ਮੰਨ ਲਓ ਉਹਦੇ ਵਿੱਚ ਮਾਰਦੇ ਹਾਂ ਜੀ, ਮੁੜ ਕੇ ਆਪਣੇ ਦੇ ਕੇਸ ਉਲਟਾ ਪਏ ਨੇ, ਉਹਨੇ ਆਖਣਾ ਸੀ ਸਾਡੇ ਨਾਲ ਸਾਈਡ ਮਾਰ ਕੇ ਆਇਆ ਜੀ। ਗੱਡੀ ਵਾਲਾ ਭੱਜ ਨਹੀਂ ਨਾ ਸਕਦਾ ਕਿਸੇ ਪਾਸਿਓਂ ਜੀ, ਹੈ ਤਾਂ ਲਟੇਰੇ। ਆਪਾਂ ਉਹਦੇ ਨਾਲ ਗੱਡੀ ਟੱਚ ਕਰਦੇ ਹਾਂ ਤਾਂ ਮੁੜ ਕੇ ਐਕਸੀਡੈਂਟ ਬਣ ਜਾਂਦਾ ਜੀ। ਦੂਜੀ ਗੱਲ ਆ ਬਾਈ ਜੀ, ਜਿਹੜੀ ਮੰਨ ਲਓ ਵੀ ਆਪਾਂ ਗੱਡੀ ਤੁਰੀ ਜਾਂਦੀ ਗੱਡੀ ਨੂੰ ਜ਼ਿਆਦਾ ਟਾਰਗੇਟ ਨਹੀਂ ਕਰਦੇ। ਉਹ ਜਿਵੇਂ ਮੰਨ ਲਓ ਵੀ ਕੀ ਵਾਰੀ ਕੋਈ ਗੱਡੀ ਦਾ ਟਾਇਰ ਪੈਂਚਰ ਹੋ ਗਿਆ ਜਾਂ ਕੋਈ ਡਰਾਈਵਰ ਮੰਨ ਲਓ ਵੀ ਰੋਕ ਕੇ 2 ਮਿੰਟ ਗੱਡੀ ਦੇ ਟਾਇਰ ਚੈੱਕ ਕਰਨ ਲੱਗ ਗਿਆ ਜਾਂ ਕੋਈ ਇਹੋ ਜਿਹੀ ਜਗ੍ਹਾ 'ਤੇ ਉਦੋਂ ਮੌਕਾ ਦੇਖ ਕੇ ਟਾਰਗੇਟ ਕਰਦੇ ਆ ਜੀ। ਅਤੇ ਜਾਂ ਮੰਨ ਲਓ ਜੀ ਇੱਥੋਂ ਜਦੋਂ ਕਣਕ ਭਰ ਕੇ ਗੱਡੀਆਂ ਜਾਂਦੀਆਂ, ਇੱਥੇ ਆ ਮਖੂ ਫਾਟਕ ਪੈਂਦਾ ਜੀ, ਉੱਥੋਂ ਇਕੱਲੀ ਗੱਡੀ ਨੂੰ ਰਾਤ ਨੂੰ ਤਾਂ ਨਿਕਲਣੀ ਨਹੀਂ ਦਿੰਦੇ ਜੀ। ਹੌਲੀ ਹੁੰਦੀ ਹੈ ਗੱਡੀ, ਹੌਲੀ ਗੱਡੀ ਹੁੰਦੀ ਹੈ, ਟੂਲ ਦੇ ਵਿੱਚੋਂ ਲੋਕ ਕੱਢ ਕੇ ਜੈਕ ਵਗੈਰਾ ਵੀ ਕੱਢ ਲੈਂਦੇ ਆ। ਗੱਡੀ ਸਲੋਅ ਹੋ ਕੇ ਜਦੋਂ ਫਾਟਕ ਕ੍ਰੋਸ ਕਰਦੇ ਆਪਾਂ, ਗੱਡੀ ਦੇ ਉੱਤੇ ਚੜ੍ਹ ਕੇ ਜਦੋਂ ਨੂੰ ਗੱਡੀ ਮਤਲਬ ਆਪਣੀ ਸਪੀਡ 'ਚ ਹੁੰਦੀ ਆ ਉਦੋਂ ਨੂੰ ਉਹ ਤਰਪਾਲ ਪਾੜ ਕੇ ਗੱਟੇ ਥੱਲੇ ਸਿੱਟ ਕੇ ਉਤਰ ਜਾਂਦੇ ਆ ਜੀ। ਅੱਛਾ, ਉਹ ਉਹਨਾਂ ਨੂੰ ਖਤਰਾ ਨਹੀਂ ਲੱਗਦਾ ਇਸ ਚੀਜ਼ ਦਾ? ਉਹ ਐਕਸਪੀਰੀਅੰਸ ਹੋਇਆ ਪਿਆ ਜੀ ਉਹਨਾਂ ਦਾ। ਹਾਂ, ਨਾ ਉੱਥੇ ਮੰਨ ਲਓ ਜਦੋਂ ਡੇਲੀ ਦਾ ਸਿਸਟਮ ਹੈਗਾ, ਉੱਥੇ ਡੇਲੀ ਕਾਂਡ ਹੁੰਦੇ ਆ, ਕੋਈ ਉੱਥੇ ਪੁਲਿਸ ਦੀ ਸੇਫਟੀ ਨਹੀਂ ਹੈਗੀ ਜੀ।
ਕੋਈ ਸੇਫਟੀ ਨਹੀਂ ਉੱਥੇ। ਤੋ ਦੋਸਤੋ ਇਹ ਕੁਝ ਗੱਲਾਂ ਬਾਤਾਂ ਸੀਗੀਆਂ ਜਿਹੜੀਆਂ ਟਰੱਕ ਵਾਲੇ ਵੀਰਾਂ ਬਾਰੇ ਮੇਨਲੀ ਸੀਗੀਆਂ, ਕਿਉਂਕਿ ਟਰੱਕ ਵਾਲੇ ਵੀਰਾਂ ਦੀ ਕਿਤੇ ਨਾ ਕਿਤੇ ਸ਼ੁਰੂ ਤੋਂ ਪ੍ਰੋਬਲਮ ਰਹੀ ਹੈ। ਜੇ ਸਾਡੇ ਪੰਜਾਬੀ ਗਾਣੇ ਆਏ ਤਾਂ ਵੀ ਉਹਨਾਂ ਨੂੰ ਕਿਤੇ ਨਾ ਕਿਤੇ ਬੈਕ ਸਾਈਡ ਦਿੱਤੀ ਗਈ। ਜੇ ਕਿਤੇ ਕੋਈ ਆਵਾਜ਼ ਚੱਕਣ ਦੀ ਗੱਲ ਹੁੰਦੀ ਹੈ ਤਾਂ ਹੋਰ ਸਾਰੇ ਕਿੱਤਿਆਂ ਦੀ ਜਿਹੜੀ ਗੱਲ ਹੈ ਲੋਕ ਕਰਦੇ ਨੇ, ਪਰ ਟਰਾਂਸਪੋਰਟੇਸ਼ਨ ਦੀ ਗੱਲ ਹੈ ਜਿਹੜੀ ਉਹ ਕਿਤੇ ਨਾ ਕਿਤੇ ਫਿਰ ਸਾਈਡ ਲਾਈਨ 'ਤੇ ਰੱਖੀ ਜਾਂਦੀ ਹੈ। ਸੋ ਇਹ ਕੁਝ ਗੱਲਾਂ ਬਾਤਾਂ ਸੀਗੀਆਂ। ਜੇ ਤੁਹਾਨੂੰ ਕੁਝ ਹੋਰ ਲੱਗਦਾ ਹੋਵੇ, ਤੁਹਾਨੂੰ ਕੋਈ ਹੋਰ ਜਾਣਕਾਰੀ ਚਾਹੀਦੀ ਹੋਵੇ ਤਾਂ ਵੀ ਅਸੀਂ ਤੁਹਾਡੇ ਤੱਕ ਜ਼ਰੂਰ ਪਹੁੰਚਾਵਾਂਗੇ। ਸੋ ਕੈਮਰਾਮੈਨ ਮਨਪ੍ਰੀਤ ਸਿੰਘ ਦੇ ਨਾਲ ਬਲਕਰਨ ਸਿੰਘ ਡੱਬ ਵਾਲੀ, ਸਾਡਾ TV USA ਡੱਬ ਵਾਲੀ।